ਵਾਹਿਗੁਰੂ 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 ਵਾਹਿਗੁਰੂ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੇ। ਹਰ ਆਪੇ ਪੰਚ ਤਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ। ਹਰ ਆਪੇ ਪੰਚ ਤਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ। ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਬਾਰੇ ਆਪਾਂ ਅਕਸਰ ਪੜ੍ਹਦੇ ਰਹਿੰਦੇ ਹਾਂ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰਵੇ ਜੋਤ ਜਗਾਵੈ। ਸੱਚ ਦਾ ਪਾਤਸ਼ਾਹ ਤੋਂ ਵਿਚਾਰ ਮਨ ਵਿੱਚ ਆ ਗਏ। ਅਸੀਂ ਦੋ ਲਫ਼ਜ਼ ਆਮ ਕਰਕੇ ਪੜ੍ਹਦੇ ਤੇ ਸੁਣਦੇ ਹਾਂ, ਬਾਦਸ਼ਾਹ ਤੇ ਪਾਤਸ਼ਾਹ। ਅਸੀਂ ਹਿੰਦੁਸਤਾਨ ਦੇ 6 ਬਾਦਸ਼ਾਹ ਦਾ ਜਦੋਂ ਜ਼ਿਕਰ ਪੜ੍ਹਦੇ ਹਾਂ, ਅਕਬਰ ਬਾਦਸ਼ਾਹ, ਹਮਾਯੂ ਬਾਦਸ਼ਾਹ, ਔਰੰਗਜ਼ੇਬ, ਸ਼ਾਹਜਹਾਨ ਵਗੈਰਾ, ਉੱਥੇ 10 ਗੁਰੂ ਸਾਹਿਬਾਨਾਂ ਦੇ ਬਾਰੇ ਪੜ੍ਹਦੇ ਹਾਂ। ਪਾਤਸ਼ਾਹ, ਪਾਤਸ਼ਾਹ ਤੋਂ ਭਾਵ ਹੈ ਪਤ ਦੇਣ ਵਾਲਾ। ਬਾਦ ਦਾ ਭਾਵ ਹੈ ਝਗੜਾ। ਜਿਹੜਾ ਜ਼ਿੰਦਗੀ ਪਰਯੰਤ ਝਗੜੇ ਕਰਦਾ ਰਹੇ, ਝਗੜਿਆਂ ਨਾਲ ਉਲਝਿਆ ਰਹੇ, ਉਹਨੂੰ ਬਾਦਸ਼ਾਹ ਕਹਿੰਦੇ ਹਨ। ਲੇਕਿਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ 10 ਜਾਮੇ ਧਾਰੇ। ਹੁਣ ਉਹਨਾਂ ਦੀ ਪਾਵਨ ਜੋਤ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚ ਸੁਭਾਏਮਾਨ ਹੈ। ਜਿਹੜਾ ਇਹਨਾਂ ਦੇ ਕੋਲ ਆ ਗਿਆ, ਉਹਨੂੰ ਪਤ ਦੇ ਦਿੱਤੀ। ਭਾਈ ਸਾਹਿਬ ਭਾਈ ਮਰਦਾਨੇ ਦਾ ਅਸੀਂ ਜ਼ਿਕਰ ਪੜ੍ਹਦੇ ਹਾਂ। ਉਸ ਮੌਕੇ ਦੇ ਅਖੌਤੀ ਨਿਯਮਾਂ ਦੇ ਮੁਤਾਬਕ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਭਾਈ ਕਹਿ ਕਰਕੇ ਨਵਾਜਿਆ। ਉਹ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਜਿਵੇਂ ਮਾਪੇ
ਆਪਣੇ ਬੱਚਿਆਂ ਨੂੰ ਹਦਾਇਤ ਕਰਦੇ ਨੇ, ਪੁੱਤਰ ਆਹ ਕੰਮ ਕਰ, ਆਹ ਨਾ ਕਰ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਡੇ ਨਾਦੀ ਪਿਤਾ ਨੇ। ਇਹਦੇ ਵਿੱਚ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਵਿੱਚ ਸਤਿਗੁਰੂ ਪਾਤਸ਼ਾਹ ਨੇ ਦੋ ਪੱਖ ਸਾਨੂੰ ਦੱਸੇ ਨੇ। ਇੱਕ ਨਿੰਦਿਆ ਤੋਂ ਬਚ ਤੇ ਦੂਸਰਾ ਤੇਰੀ ਜ਼ਿੰਦਗੀ ਖਾਣ ਪੀਣ ਤੇ ਸੌਣ ਲਈ ਨਹੀਂ, ਹਰੀ ਦੇ ਗੁਣ ਗਾ ਕਰਕੇ ਇਹਨੂੰ ਸਫਲਾ ਕਰ। ਇਸ ਦੋ ਪਦੇ ਵਾਲੇ ਸ਼ਬਦ ਵਿੱਚ ਨਾਲ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਇਹ ਵੀ ਸੁਚੇਤ ਕੀਤਾ ਹੈ, ਕਿਤੇ ਮੈਂ ਦਾ ਸ਼ਿਕਾਰ ਨਾ ਹੋ ਜਾਈਂ। ਜੇ ਤੂੰ ਚੰਗਾ ਬਣਿਆ ਨਾ, ਇਹ ਨਾ ਕਹੀਂ ਕਿ ਮੈਂ ਚੰਗਾ, ਤੈਨੂੰ ਵਾਹਿਗੁਰੂ ਨੇ ਚੰਗਾ ਕੀਤਾ ਹੈ। ਜੇ ਤੇਰੇ ਵਿੱਚ ਕੋਈ ਗੁਣ ਨੇ, ਇਹ ਵਾਹਿਗੁਰੂ ਦੇ ਬਖਸ਼ੇ ਹੋਏ ਗੁਣ ਨੇ, ਪਤਾ ਨਹੀਂ ਕਦੋਂ ਮੱਤ ਮਾਰੀ ਜਾਏ। ਉਸ ਗੁਰੂ ਪਰਮੇਸ਼ਰ ਦੇ ਕੋਲੋਂ ਅੱਠੇ ਪੈਰ ਰਹਿਮਤ ਮੰਗਿਆ ਕਰ। ਦੋ ਪਦਿਆਂ ਵਾਲੇ ਸ਼ਬਦ ਹਨ ਇਹ, ਔਰ ਇਹਨਾਂ ਸੂਖਮ ਸ਼ਬਦਾਂ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਮਹਾਨ ਸੰਦੇਸ਼ ਦਿੱਤਾ ਹੈ। ਬੈਰਾੜੀ ਰਾਗ ਵਿੱਚ ਕੁੱਲ 7 ਸ਼ਬਦ ਹਨ, ਜਿਨ੍ਹਾਂ ਚੋਂ 6 ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਦੇ ਉਚਾਰਨ ਕੀਤੇ ਨੇ ਤੇ 7ਵਾਂ ਸ਼ਬਦ ਗੁਰੂ ਪੰਚਮ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਔਰ ਇਸ ਬਰਾੜੀ ਰਾਗ ਦੇ ਤੀਜੇ ਸ਼ਬਦ ਵਿੱਚ ਜਿਵੇਂ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨਗੇ, ਆਪਾਂ ਪ੍ਰਸ਼ਾਦ ਲੈਨੇ ਤੇ ਬੁੱਕ ਅੱਡਣਾ ਪੈਂਦਾ ਹੈ। ਇਸੇ ਪ੍ਰਕਾਰ ਆਪਣੀ ਬਿਰਤੀ ਨੂੰ, ਸੁਰਤੀ ਨੂੰ ਸਤਿਗੁਰੂ ਪਾਤਸ਼ਾਹ ਨੂੰ ਸਮਰਪਿਤ ਕਰੀਏ, ਉਹ ਸਾਨੂੰ ਨਵਾਜਣਗੇ। ਤੇ ਸਮਰਪਿਤ ਕਰਨ ਦਾ ਇੱਕੋ ਇੱਕ ਤਰੀਕਾ ਕਿ ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ। ਹਰ ਜਨ ਦਾ ਭਾਵ ਹੈ ਰੱਬ ਦਾ ਪਿਆਰਾ। ਹਰ ਤੇ ਬੇਅੰਤ ਅਰਥ ਕੀਤੇ ਨੇ ਗੁਰਮੁਖ ਪਿਆਰਿਆਂ ਨੇ। ਹਰ ਦਾ ਅਰਥ ਪਾਣੀ ਵੀ ਕੀਤਾ ਹੈ, ਹਰ ਦਾ ਅਰਥ ਅੱਗ ਵੀ ਕੀਤਾ ਹੈ, ਹਰ ਦਾ ਅਰਥ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਵੀ ਕੀਤਾ ਹੈ, ਹਰ ਦਾ ਅਰਥ ਚੋਰ ਵੀ ਕੀਤਾ ਹੈ। ਜਦੋਂ ਮੈਂ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਸ਼ਾਂ ਦੇ ਕੋਲੋਂ ਵਿਦਿਆ ਪੜ੍ਹੀ, ਜੋ ਮੇਰੇ ਵਿਦਿਆ ਦਾਤੇ ਨੇ, ਜਦੋਂ ਇੱਕਦਮ ਉਹਨਾਂ ਸਾਨੂੰ ਕਿਹਾ ਵੀ ਪੁੱਤਰੋ ਇਹਦਾ ਚੋਰ ਲਫ਼ਜ਼ ਵੀ, ਤੇ ਮੈਂ ਇੱਕਦਮ ਬੇਨਤੀ ਕੀਤੀ ਵੀ ਮਹਾਂਪੁਰਸ਼ੋ, ਨਾਲੇ ਰੱਬ ਤੇ ਨਾਲੇ ਚੋਰ। ਉਹ ਕਹਿੰਦੇ ਪੁੱਤਰਾ ਇਹਦਾ ਮੁੱਖ ਅਰਥ ਹੈ ਤਾਂ ਪ੍ਰਮਾਤਮਾ, ਲੇਕਿਨ ਉਹਨਾਂ ਨੇ ਇੱਕ ਤਸ਼ਬੀਹ ਦਿੱਤੀ ਹੈ ਵੀ ਜਿਵੇਂ ਚੋਰ ਕਿਸੇ ਦੇ ਘਰ ਵਿੱਚੋਂ ਮਾਲ ਮਤਾ ਕੱਢ ਕੇ ਤੇ ਪਤਾ ਨਹੀਂ ਲੱਗਣ ਦਿੰਦਾ, ਇਸੇ ਪ੍ਰਕਾਰ ਜਿਹਦੇ ਤੇ ਰਹਿਮਤ ਕਰਦਾ ਹੈ, ਜਿਹੜਾ ਕਦੇ ਠੱਗੀਆਂ ਮਾਰਦਾ ਸੀ, ਉਹ ਸੱਜਣ ਬਣ ਜਾਂਦਾ ਹੈ। ਹਰ ਦੇ ਅਰਥ ਨੇ ਹਰ ਥਾਂ ਤੇ ਵਿਆਪਕ, ਜਿਹਨੂੰ ਓਮਨੀ ਪ੍ਰੈਜੈਂਟ ਤੇ ਓਮਨੀ ਪੋਟੈਂਟ ਕਹਿੰਦੇ ਨੇ ਆਪਾਂ। ਜਿਹੜੇ ਉਹਦੇ ਉਪਾਸ਼ਕ ਨੇ ਨਾ, ਉਹ ਰਮੇ ਹੋਏ ਰਾਮ ਦੇ ਗੁਣ ਗਾਉਂਦੇ ਨੇ, ਬੰਦਿਆਂ ਦੇ ਨਹੀਂ। ਇੱਕ ਸਾਡੇ ਬਜ਼ੁਰਗ ਸ਼ੇਰ ਬੋਲਦੇ ਹੁੰਦੇ ਨੇ, ਜਿਉਂ ਜਿਉਂ ਇਲਾਜ ਕੀਆ ਮਰਜ਼ बढ़ती ਗਈ। ਜਿਵੇਂ ਜਿਵੇਂ ਇਲਾਜ ਕੀਤਾ ਚਾਹੀਦਾ ਤਾਂ ਇਹ ਸੀ ਬਿਮਾਰੀ ਘਟ ਜਾਂਦੀ, ਪਰ ਬਿਮਾਰੀ ਵੱਧ ਗਈ। ਅੱਜ ਬੜਾ ਗੁਰਮਤਿ ਦਾ ਪ੍ਰਚਾਰ ਹੈ, ਲੇਕਿਨ ਇੱਕ ਦੁੱਖ ਦੀ ਗੱਲ, ਬਿਮਾਰੀ ਇਹ ਵਧੀ ਪਈ, ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੰਦਿਆਂ ਦੀ ਚਿਮਚਾਗਿਰੀ ਕਰਨ ਲੱਗ ਪਿਆ। ਬਹੁਤ ਵੱਡਾ ਐਬ ਹੈ। ਕੋਈ ਵੀ ਆਵੇ, ਫਲਾਣੇ ਸਾਹਿਬ ਜੀ ਆਏ ਨੇ ਨਾ ਕਿਰਪਾ ਕੀਤੀ, ਮਿੱਤਰੋ ਬਿਲਕੁਲ ਗਲਤ ਹੈ। ਗੁਰੂ ਕੀ ਬਾਣੀ 'ਚ ਕਿਤੇ ਲੱਭ ਕੇ ਵਿਖਾਓ ਵੀ ਨਿਤ ਦੀ ਕਿਰਪਾ, ਲੀਡਰ ਦੀ ਕਿਰਪਾ, ਪ੍ਰਧਾਨ ਦੀ ਕਿਰਪਾ, ਲੰਬਰਦਾਰ ਦੀ ਕਿਰਪਾ।
ਗੁਰੂ ਕੀ ਬਾਣੀ ਵਿੱਚ ਕੇਵਲ ਤੇ ਕੇਵਲ ਗੁਰ ਪ੍ਰਸਾਦ ਹੀ ਆਇਆ ਹੈ। ਪ੍ਰਸਾਦ ਦਾ ਭਾਵ ਕਿਰਪਾ। ਹੈਰਾਨੀ ਦੀ ਗੱਲ, ਆਇਆ ਮੰਗਤਾ ਬਣ ਕੇ ਤੇ ਅਸੀਂ ਗੁਰੂ ਕੀ ਝੂਰੀ ਚੇਡਾ ਕੋਹਰ ਤੋਲਦੇ ਕਹਿੰਦੇ ਫਲਾਣੇ ਸਾਹਿਬ ਨੇ ਕਿਰਪਾ ਕੀਤੀ। ਉਹ ਸਾਹਿਬ ਨਹੀਂ, ਸਾਹਿਬ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ। ਸਾਹਿਬ ਮੇਰਾ, ਮੈਂ ਜਜ਼ਬਾਤੀ ਨਹੀਂ, ਬੜੀ ਸੁਰਤੀ ਨਾਲ ਬੋਲ ਰਿਹਾ ਹਾਂ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਪਰ ਏਕੋ ਹੈ। ਜਿਹੜੇ ਸਾਹਿਬਾਂ ਦੀ ਗੱਲ ਕਰਦਾ ਨਾ, ਜਿਹੜੇ ਕੱਲ ਸਨ ਉਹ ਅੱਜ ਨਹੀਂ, ਜਿਹੜੇ ਅੱਜ ਨੇ ਉਹ ਕੱਲ ਨਹੀਂ ਰਹਿਣੇ। ਕਦੇ ਇਹ ਸ਼ਬਦ ਵਿਚਾਰਿਆ ਕਰੋ, ਗਿਆਨੀ ਜੀ ਕੀ ਹੋ ਗਿਆ ਜੇ ਉਹਦੇ ਕੋਲ ਇੰਨੀ ਜਾਇਦਾਦ ਤੇ ਸਾਹਿਬ ਕਹਿ ਦਿੱਤਾ। ਤੁਹਾਡਾ ਸੁਭਾਅ ਬੜਾ ਕੜਬ ਹੈ, ਸੋਹਣਾ ਨਹੀਂ ਲੱਗਦਾ ਤੁਹਾਨੂੰ ਇਸ ਤਰ੍ਹਾਂ ਕਹਿਣਾ। ਮੇਰੀ ਕੀ ਤਾਕਤ ਮੈਂ ਕਹਾਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ, ਪੁੱਤਰਾ ਕਹਿ ਤੂੰ ਕੌਰਵਾਂ ਤੋਂ ਵੱਡਾ ਨਹੀਂ, ਤੂੰ ਪਾਂਡਵਾਂ ਤੋਂ ਵੱਡਾ ਨਹੀਂ। ਬਾਬੇ ਨਾਮਦੇਵ ਦੀ ਬਾਣੀ ਚੋਂ ਪੜ, ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਦ ਨਾ ਖਾਈ। ਜਦੋਂ ਉਹ ਆਪਣੀ ਫੌਜ ਦਾ ਨਿਰੀਖਣ ਕਰਦਾ ਸੀ ਨਾ, ਤੇ 12 ਜੋਜਨ ਤੱਕ ਉਹਦੇ ਉੱਪਰ ਛਤਰੀਆਂ ਤਾਣ ਕੇ ਖਲੋਤੇ ਹੁੰਦੇ ਸਨ ਵੀ ਕਿਤੇ ਇਹਨੂੰ ਧੁੱਪ ਨਾ ਲੱਗ ਜਾਏ। ਇਹ ਵੈਸੇ ਕੁਰਸੀ ਹੈ ਹੀ ਚੰਦਰੇ। ਗਿਆਨੀ ਖਵਾਉਣ ਵਾਲਾ ਗਿਆਨੀ ਜੈਲ ਸਿੰਘ ਜਦੋਂ ਆਇਆ ਨਾ ਟੈਗ ਤੋਂ ਬਾਅਦ, ਉਹਨੇ ਵੀ ਛਤਰੀ ਸਿਰ ਤੇ ਲਈ, ਉਹਨੇ ਵੀ ਲਈ। ਇਹ ਪਤਾ ਨਹੀਂ ਕੁਰਸੀ ਬੰਦੇ ਦੀ ਮੱਤ ਨੂੰ ਕਿਉਂ ਮਾਰ ਦਿੰਦੀ ਹੈ। ਜਿਹੜੇ ਸ਼ਰੀਕਾਂ ਨੂੰ ਸੂਈ ਦੇ ਨੱਕੇ ਜਿੰਨਾ ਥਾਂ ਨਹੀਂ ਸੀ ਦੇਣ ਨੂੰ ਤਿਆਰ, ਗੁਰਮੁਖ ਉਹਨਾਂ ਦਾ ਮਾਸ ਗਿਲਜਾਨ ਨੇ ਖਾਦਾ, ਸਤਿਕਾਰ ਨਾ ਹੋ ਸਕਿਆ। ਆਪਾਂ ਕਹਿੰਦੇ ਭਾਈ ਸਾਹਿਬ ਫਲਾਣੇ ਕੋਲ ਬੜੀ ਪ੍ਰਾਪਰਟੀ ਹੈ, ਅੱਗ ਲਾਇਆ ਨਹੀਂ ਸੜਦਾ ਧਨ। ਆਪਾਂ ਤਾਂ ਕਿਲੋਆਂ ਤੇ ਕੁਆਂਟਲਾਂ ਦੀ ਗੱਲ ਕਰਾਂਗੇ ਨਾ। ਗ੍ਰੰਥਾਂ 'ਚ ਲਿਖਿਆ ਵੀ ਰਾਵਣ ਦੀ ਲੰਕਾ ਸੋਨੇ ਦੀ ਸੀ, ਸੋਨੇ ਦੀ। ਬਾਣੀ ਦੀ ਪੰਕਤੀ ਹੈ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕਹਿੰਦੇ ਕਿਲੋਆਂ ਤੇ ਕੁਆਂਟਲਾਂ ਦੀ ਗੱਲ ਨਾ ਕਰ, ਜਿਹਦੀ ਸੋਨੇ ਦੀ ਲੰਕਾ ਸੀ ਤੇ ਉਹਨੂੰ ਮੂਰਖ ਲਿਖਿਆ ਗੁਰਬਾਣੀ 'ਚ। ਮੂਰਖ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਜਦੋਂ ਸਾਨੂੰ ਇਹ ਅਰਥ ਪੜ੍ਹਾਏ ਨਾ, ਤੇ ਮੈਂ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਤੁਸੀਂ ਨਾਲੇ ਕਹਿੰਦੇ ਵੀ ਬੜਾ ਤਗੜਾ ਵਿਦਵਾਨ ਸੀ, ਬੜਾ ਗਿਆਨਵਾਨ ਸੀ, ਤੇ ਉਹਨੂੰ ਮਹਾਰਾਜ ਨੇ ਮੂਰਖ ਕਿਉਂ ਲਿਖਿਆ। ਉਹ ਕਹਿਣ ਲੱਗੇ, ਪੁੱਤਰ ਵੱਖ-ਵੱਖ ਇਲਾਕਿਆਂ 'ਚ ਵੱਖ-ਵੱਖ ਇਲਾਜ ਹੁੰਦੇ ਨੇ। ਜਦੋਂ ਆਪਾਂ ਸੰਸਕਾਰ ਕਰਦੇ ਆ ਨਾ, ਵੱਖ-ਵੱਖ ਇਲਾਕਿਆਂ 'ਚ ਵੱਖ-ਵੱਖ ਰਵਾਇਤਾਂ ਨੇ। ਮੇਰੀ ਗੱਲ ਤੇ ਹੱਸਿਆ ਜੇ ਨਾ। ਬਾਪੂ ਮਰ ਗਿਆ ਖੁਸ਼ਕੀ ਨਾਲ ਖੰਘਦਾ, ਜਦੋਂ ਮਰਿਆ ਤੇ ਉਹਦੇ ਮੂੰਹ 'ਚ ਪੀਪਾ ਦੇਸੀ ਘਿਓ ਦਾ ਵੇਰ ਕਿਉਂ ਲਿਆ ਕੇ ਪਾ ਦਿੰਦੇ ਆ। ਵਿਗਿਆਨੀ ਜੀ ਇਹ ਨਿਯਮ ਹੈ, ਘਿਓ ਪਾ ਜਾਣਾ ਸੜ ਜਾਏਗਾ ਰਸਮ। ਜਿਹੜੇ ਬਾਪ ਨੂੰ ਜੱਫੀਆਂ ਪਾਉਂਦੇ ਸਾਂ, ਸੰਸਕਾਰ ਹੋਇਆ ਤੇ ਮੜੀਆਂ 'ਚ ਤੀਲੇ ਲੱਭਦੇ ਫਿਰਦੇ ਆ, ਤੀਲੇ। ਇਹ ਕੋਈ 40-45 ਸਾਲ ਗੱਲ ਹੈ। ਮੈਂ ਕਦੇ ਵਿਆਹ ਤੇ ਗਮੀ ਤੇ ਗਿਆ ਨਹੀਂ। ਲੁਧਿਆਣੇ ਕਿਸੇ ਪਰਿਵਾਰ ਵਿੱਚ ਮਾਤਾ ਜੀ ਦੀ ਮੌਤ ਹੋ ਗਈ। ਉਹ ਮੇਰੇ ਇਲਾਕੇ ਕਸੂਰ ਦੇ ਸਨ, ਲਾਲਾ ਜੀ। ਤੇ ਉਹਨਾਂ ਮੜੀਆਂ ਦੇ ਵਿੱਚ ਇੱਕ ਬਜ਼ੁਰਗ ਮੈਨੂੰ ਕਹਿਣ ਲੱਗਾ, ਪੁੱਤਰਾ ਆ ਤੀਲਾ ਫੜ ਕੇ ਤੋੜ ਦੇ। ਮੈਂ ਉਹਨਾਂ ਨੂੰ ਆਖਿਆ ਵੀ ਬਾਬਾ ਜੀ ਕਿਉਂ। ਕਹਿੰਦੇ ਤੀਲੇ ਦਾ ਮਤਲਬ ਵੀ ਅੱਜ ਤੇਰਾ ਤੇ ਸਾਡਾ ਨਾਤਾ ਟੁੱਟਾ, ਤੂੰ ਆਪਣੇ ਘਰ ਤੇ ਮੈਂ ਆਪਣੇ ਘਰ। ਆ ਸਾਡੀ ਸਾਂਝ ਹੈ, ਆ ਸਾਡਾ ਰਿਸ਼ਤਾ ਜੇ। ਰਾਵਣ ਦੀ ਮੌਤ ਹੋਈ ਤੇ ਉਸ ਇਲਾਕੇ ਦੇ ਵਿੱਚ ਇੱਕ ਸੁਭਾਅ ਨਿਯਮ ਸੀ ਸਮਾਜਿਕ, ਮੁਰਦੇ ਦੇ ਮੂੰਹ ਵਿੱਚ ਰੱਤੀ ਤੂੰ ਸੋਨਾ ਪਾਉਣਾ। ਇੱਕ ਰੱਤੀ ਮੁਰਦੇ ਦਾ ਮੂੰਹ ਖੁੱਲਾ ਖੋਲ ਕੇ ਤੇ ਸੰਸਕਾਰ ਦੇ ਮੌਕੇ ਉਹਦੇ ਮੂੰਹ 'ਚ ਰੱਤੀ ਸੋਨਾ ਪਾਉਣਾ। ਭਰਾ ਦੀ ਮਿਹਰਬਾਨੀ ਕਰਕੇ, ਭਰਾ ਦੇ ਸ਼ਰੀਕੇ ਕਰਕੇ, ਭਰਾ ਦੀ ਵਿਰੋਧਤਾ ਕਰਕੇ, ਭਰਾ ਦੇ ਭੇਦ ਦੇਣ ਕਰਕੇ ਰਾਵਣ ਮਾਰਿਆ ਗਿਆ।
ਰਾਵਣ ਜੀ ਦੀ ਧਰਮ ਪਤਨੀ ਮਾਤਾ ਮਦੋਦਰੀ ਜੀ ਰਾਮ ਜੀ ਦੇ ਕੋਲ ਗਏ। ਉਹਨਾਂ ਉੱਠ ਕੇ ਸਤਿਕਾਰ ਕੀਤਾ, ਕਹਿੰਦੇ ਮਾਤਾ ਜੀ ਆਓ ਜੀ, ਹੁਕਮ ਕਰੋ, ਕਿਵੇਂ ਆਇਓ ਜੀ ਆਇਆਂ ਨੂੰ। ਤੇ ਮਾਤਾ ਦਮੋਦਰੀ ਜੀ ਕਹਿਣ ਲੱਗੇ ਰਾਮ ਜੀ ਮੈਨੂੰ ਇੱਕ ਰੱਤੀ ਸੋਨਾ ਚਾਹੀਦਾ। ਕਿਉਂ? ਕਹਿੰਦੇ ਤੁਹਾਨੂੰ ਪਤਾ ਵੀ ਮੇਰੇ ਪਤੀ ਜੀ ਸਰੀਰ ਛੱਡ ਗਏ ਨੇ, ਮੌਤ ਹੋ ਗਈ, ਤੇ ਅਸੀਂ ਇੱਥੇ ਸਾਡੀ ਰਸਮ ਹੈ ਰਾਤੀ ਮੂੰਹ 'ਚ ਸੋਨਾ ਪਾਉਣਾ। ਤੇ ਰਾਮ ਜੀ ਕਹਿਣ ਲੱਗੇ ਮਾਤਾ ਜੀ ਅੱਗੇ ਵੀ ਸੋਨਾ ਤੁਹਾਡੇ ਕੋਲ ਤੇ ਹੁਣ ਵੀ ਤੁਹਾਡੇ ਕੋਲ। ਪਹਿਲਾਂ ਤੁਹਾਡੇ ਕੋਲ ਸੀ, ਹੁਣ ਤੁਹਾਡੇ ਦਿਓਰ ਕੋਲ ਹੈ। ਇੱਥੇ ਮਾਤਾ ਮਦੋਦਰੀ ਦੇ ਅੰਦਰ ਗੈਰ ਤੇ ਅਣਖ ਹੈ। ਕਹਿਣ ਲੱਗੀ ਮੈਂ ਸ਼ਰੀਕ ਅੱਗੇ ਹੱਥ ਨਹੀਂ ਅੱਡਣਾ, ਭਾਵੇਂ ਮੇਰਾ ਦਿਓਰ ਹੈ ਪਰ ਮੈਂ ਸ਼ਰੀਕ ਅੱਗੇ ਹੱਥ ਨਹੀਂ ਅੱਡਣਾ। ਉਹ ਸੋਨੇ ਦੀ ਲੰਕਾ ਦਾ ਮਾਲਕ ਰਾਵਣ ਉਹਦੇ ਅੰਤਮ ਮੌਕੇ ਤੇ ਉਹਦੇ ਮੂੰਹ ਵਿੱਚ ਰੱਤੀ ਸੋਨਾ ਪ੍ਰਾਪਤ ਨਹੀਂ ਹੋਇਆ ਉਹਨੂੰ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਜੇ ਤੈਨੂੰ ਮਨੁੱਖਾ ਜਨਮ ਮਿਲਿਆ ਨਾ, ਉਸ ਪਰਿਪੂਰਨ ਪਰਮਾਤਮਾ ਦੀ ਵਡਿਆਈ ਕਰ। ਇਵੇਂ ਫਲਾਣਾ ਸਾਹਿਬ ਆ ਗਿਆ ਤੇ ਫਲਾਣਾ, ਆਪਾਂ ਤਾਂ ਇਥੋਂ ਤੱਕ ਨਿੱਘਰ ਗਏ ਆ, ਬੜਾ ਦੁੱਖ ਹੁੰਦਾ ਹੈ। ਅਖਬਾਰ ਵਿੱਚ ਵੱਡੀ ਫੋਟੋ ਆਉਂਦੀ, ਫਲਾਣਾ ਸਾਹਿਬ ਗੁਰੂ ਰਾਮਦਾਸ ਨੂੰ ਨਤਮਸਤਕ ਹੋਏ, ਬੜੀਆਂ ਫੋਟੋਆਂ ਆਉਂਦੀਆਂ ਨੇ, ਖਬਰ ਆਉਂਦੀ ਚੇਚੇ ਤੌਰ ਤੇ ਫਲਾਣਾ ਮੱਥਾ ਟੇਕਣ ਆਇਆ। ਕੀ ਗੁਰੂ ਰਾਮਦਾਸ ਨੂੰ ਗ੍ਰਾਂਟ ਦੇ ਕੇ ਗਿਆ? ਉਹ ਕੀ ਲਏਗਾ? ਉਹ ਨਿਮਾਣੇ ਬਣ ਕੇ ਆਓਗੇ, ਝੋਲੀਆਂ ਭਰ ਕੇ ਜਾਓਗੇ, ਵੱਡੇ ਬਣ ਕੇ ਆਵਾਂਗੇ ਤੇ ਮਾਰੇ ਜਾਵਾਂਗੇ। ਟਿੱਬਿਆਂ ਤੇ ਪਾਣੀ ਨਹੀਂ ਜੇ ਖਲੋਂਦਾ, ਟਿੱਬਿਆਂ ਤੇ ਪਾਣੀ ਨਹੀਂ ਖਲੋਂਦਾ, ਪਾਣੀ ਨੀਵਿਆਂ ਥਾਵਾਂ ਤੇ ਆਉਂਦਾ। ਅਸੀਂ ਗੁਰਦੁਆਰੇ ਮੱਥਾ ਟੇਕਦੇ ਹਾਂ ਤੇ ਅਸੀਂ ਫੋਟੋਆਂ ਲਵਾਉਣੀਆਂ ਇਸ਼ਤਿਹਾਰਾਂ ਦੇ ਵਿੱਚ ਵੀ ਫਲਾਣਾ ਬੰਦਾ ਨਤਮਸਤਕ ਹੋ ਗਿਆ। ਮੈਂ ਨਾ ਵੀ ਗੁਰੂ ਰਾਮਦਾਸ ਨੂੰ ਗ੍ਰਾਂਟ ਦੇਣਾ ਹੈ, ਆਪਣੀਆਂ ਜੜ੍ਹਾਂ 'ਚ ਅਸੀਂ ਆਹ ਵੱਟੇ ਪਾਈ ਜਾਂਦੇ ਹਾਂ। ਰੱਬ ਦਾ ਵਾਸਤਾ ਜੇ ਨਿਮਾਣੇ ਹੋ ਕੇ ਆਇਆ ਕਰੋ, ਨੀਵੇਂ ਹੋ ਕੇ ਆਇਆ ਕਰੋ। ਇਹ ਉਹ ਦਰਬਾਰ ਹੈ ਜਿਹਨੇ ਹਿੰਦੁਸਤਾਨ ਤੇ 50 ਸਾਲ ਰਾਜ ਕੀਤਾ। ਉਹ ਅਕਬਰ ਨੰਗੇ ਪੈਰੀਂ ਚੱਲ ਕੇ ਆਇਆ। ਜੇ ਅਕਬਰ ਬਾਦਸ਼ਾਹ ਮੁਸਲਮਾਨ ਹੈ, ਉਹਦਾ ਅੱਲਾ ਤੇ ਅਕੀਦਾ ਹੈ, ਇਸਲਾਮ ਧਰਮ ਨੂੰ ਮੰਨਣ ਵਾਲਾ ਹੈ, ਲੇਕਿਨ ਕਹਿਣ ਲੱਗਾ ਮੈਂ ਗੁਰੂ ਨਾਨਕ ਦੇ ਦਰਬਾਰ ਵਿੱਚ ਨਵਾਣਾ ਬਣ ਕੇ ਆਇਆ ਤਾਂ ਗੁਰੂ ਨਾਨਕ ਪਾਤਸ਼ਾਹ ਮੈਨੂੰ ਨਵਾਜਣ, ਗੁਰੂ ਸਾਡੇ ਤੇ ਕਿਤੇ ਮਿਹਰ ਕਰੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜੇ ਵਾਹਿਗੁਰੂ ਨੇ ਤੈਨੂੰ ਜ਼ਬਾਨ ਦਿੱਤੀ ਹੈ ਨਾ, ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਇੱਕ ਤੂੰ ਜੀਪੋ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਏਤ ਰਾਹੇ ਪਤ ਪਵੜੀਆ ਚੜੀਏ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੇ ਠੀਸ। ਤੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰ, ਰਹਿਮਤਾਂ ਕਰਨ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ, ਉਹ ਰੱਬ ਦੇ ਨਾਮ ਪ੍ਰਮਾਤਮਾ ਦੀ ਵਡਿਆਈ ਕਰਦੇ ਨੇ, ਉਹਦੇ ਗੁਣ ਗਾਉਂਦੇ ਹਨ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਹਾਂ ਜੇ ਕੋਈ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਤਾਂ ਆਪਣਾ ਗੁਣ ਨਾ ਗਵਾਵੇ। ਉਹ ਗੁਰਮੁਖ ਪਿਆਰੂ ਆਪਣੀ ਚੰਗੀ ਆਦਤ ਨੂੰ ਨਹੀਂ ਛੱਡਦਾ। ਇਹਦਾ ਆਮ ਸਾਡੇ ਵਿਦਵਾਨ ਵੀਰ ਇੱਕ ਬੰਦ ਬੋਲਦੇ ਹੁੰਦੇ ਨੇ, ਜੇ ਬਾਣੀ ਵਿੱਚ ਨਹੀਂ ਪਰ ਪ੍ਰਚਲਿਤ ਬੜਾ ਹੈ। ਉਹ ਹੈ ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਬੁਰੇ ਦੇ ਨਾਲ ਆਪਾਂ ਸਾਰੇ ਬੁਰੇ, ਇਹ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਹੀ ਕਰ ਸਕਦੇ ਹਨ। ਆਪਣੇ ਮਨ 'ਚ ਖਿਆਲ ਆਉਂਦਾ ਵੀ ਕਿਤੇ ਇਹੋ ਜਿਹੀ ਗੱਲ ਹੋਈ। ਹਾਂ, ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਦਿੰਦੇ ਨੇ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੱਕੇ ਗਏ ਹਨ, ਪਾਵਨ ਮੱਕਾ ਕਾਬਾ, ਜਿੱਥੇ ਸਾਡੇ ਮੁਸਲਮਾਨ ਭਰਾ ਹਜ ਕਰਨ ਜਾਂਦੇ ਨੇ। ਰਾਤ ਦਾ ਟਾਈਮ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਪਹਿਨੇ ਪਰਵਾਰੀ, ਆਸਾ ਹੱਥ ਕਿਤਾਬ ਕਛ ਪੂਜਾ, ਬਾਗ ਮਸਾਲਾ ਧਾਰੀ। ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹਜ ਗੁਜ਼ਾਰੀ, ਸੁੱਤਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹਜ ਕਰਦੇ ਨੇ ਨਾ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਰਾਮ ਕਰਨ ਵਾਸਤੇ ਪੈ ਗਏ। ਵੱਲ ਮਰਾਬੇ ਪੈਰ ਪਸਾਰੀ,
ਜਿਹੜਾ ਉਹ ਮੁੱਖ ਪਾਵਨ ਸਥਾਨ ਸੀ ਉਸ ਪਾਸੇ ਨੂੰ ਗੁਰੂ ਪਾਤਸ਼ਾਹ ਨੇ ਚਰਨ ਕਰ ਲਏ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮੁਤਾਬਕ ਪੰਜਾਬ ਦੇ ਵਿੱਚੋਂ ਇੱਕ ਜੀਵਨ ਨਾਮ ਦਾ ਗੁਰਮੁਖ ਪਿਆਰਾ ਮੁਸਲਮਾਨ ਵੀਰ, ਉਹਦੀ ਭਾਵਨਾ ਵੀ ਉਹ ਉੱਥੇ ਸੇਵਾ ਕਰਨ ਵਾਸਤੇ ਝਾੜੂ ਮਾਰ ਲਈ ਗਿਆ ਵੀ ਮੈਂ ਉਸ ਪਾਵਨ ਸਥਾਨ ਤੇ ਝਾੜੂ ਮਾਰਿਆ ਕਰਾਂ। ਜਿਵੇਂ ਆਪਾਂ ਦਰਬਾਰ ਸਾਹਿਬ ਜਾਂਦੇ ਤੇ ਵੇਖਦੇ ਆ ਵੀ ਸਾਡੀਆਂ ਭੈਣਾਂ ਸਾਡੇ ਭਰਾ ਵੱਖ-ਵੱਖ ਢੰਗਾਂ ਦੇ ਨਾਲ ਫਰਜ਼ ਸਾਫ਼ ਕਰਦੇ ਨੇ, ਉਹਨਾਂ ਦੀ ਭਾਵਨਾ ਗੁਰੂ ਕਿਰਪਾ ਕਰੇ। ਉਹ ਜੀਵਨ ਨਾਮ ਦਾ ਮੁਸਲਮਾਨ ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਨੇ, ਉਹ ਫਜਰ ਕਹਿ ਦਿੰਦੇ ਨੇ, ਉਹ ਪਾਵਨ ਅਸਥਾਨ ਤੇ ਜਾ ਕੇ ਝਾੜੂ ਮਾਰਦਾ। ਸਤਿਗੁਰੂ ਪਾਤਸ਼ਾਹ ਆਪਣੀ ਮੌਜ ਵਿੱਚ ਬਰਾਜੇ ਨੇ, ਉਹਦੇ ਜਜ਼ਬਾਤ ਜਾ ਕੇ ਕਹਿਣ ਲੱਗੇ, ਉਹ ਭਰਿਆ ਪੁਰਸ਼ਾ ਰੱਬ ਦੇ ਘਰ ਵੱਲ ਪਹਿਲ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਿਆਰਿਆ ਤੂੰ ਭੇਤੀ ਹੈ, ਜਿਹੜੇ ਪਾਸੇ ਵੱਲ ਰੱਬ ਦੇ ਪੈਰ ਨਹੀਂ, ਤੂੰ ਜਿਹੜੇ ਪਾਸੇ ਰੱਬ ਹੈ ਨਾ, ਤੂੰ ਦੂਜੇ ਪਾਸੇ ਮੇਰੇ ਪੈਰ ਕਰ ਦੇ। ਭਾਈ ਗੁਰਦਾਸ ਜੀ ਪੰਕਤੀ ਲਿਖਦੇ, ਟੰਗੋਂ ਪਕੜ ਘਸੀਟਿਆ ਫਿਰਿਆ ਨੱਕਾ ਫਿਰਿਆ ਮੱਕਾ ਕਲਾ ਦਿਖਾਰੀ। ਜਿਹੜਾ ਲੱਤਾਂ ਤੋਂ ਫੜ ਕੇ ਘਸੀੜਦਾ ਨਾ, ਉਹਨੂੰ ਇਹ ਨਹੀਂ ਆਖਿਆ ਵੀ ਤੇਰੀ ਜੁਰਤ ਕਿਵੇਂ ਪਈ, ਮੇਰੇ ਪੈਰਾਂ ਨੂੰ ਹੱਥ ਕਿਉਂ ਲਾਇਆ। ਉਹਨੂੰ ਆਖਿਆ, ਗੁਰਮੁਖਾ ਵੇਖ ਅੱਲਾ ਦਾ ਨੂਰ ਚੌਂ ਪਾਸੇ ਵਰਦਾ ਹੈ। ਔਰ ਉਸ ਮੱਕੇ ਨੇ ਭਾਈ ਗੁਰਦਾਸ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਨੂੰ ਸਿੱਧਾ ਕੀਤਾ। ਇਹ ਲਹਿਦਾ ਦੀ ਬਾਤ ਹੈ। ਕਹਿਣ ਤੋਂ ਭਾਵ ਜੇ ਕੋਈ ਬੁਰਾ ਕਰਦਾ ਤੇ ਉਹਦੇ ਨਾਲ ਵੀ ਉਹ ਬੁਰੇ ਨਹੀਂ। ਜਿਹੜਾ ਨਿੰਦ ਸ਼ਬਦ ਆਇਆ ਨਾ, ਇਹਦੀ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ 'ਚ ਵਿਸ਼ੇਸ਼ ਤੌਰ ਤੇ ਸਾਨੂੰ ਹਦਾਇਤ ਕੀਤੀ, ਪਿਆਰਿਆ ਨਿੰਦਿਆ ਤੋਂ ਬਚਣਾ ਕਰ, ਇਹ ਸਭ ਤੋਂ ਵੱਡਾ ਰੋਗ ਹੈ। ਜਿਵੇਂ ਆਮ ਕਰਕੇ ਆਪਾਂ ਨੂੰ ਜ਼ੁਕਾਮ ਹੋ ਜਾਂਦਾ, ਖੰਘ ਲੱਗ ਜਾਂਦੀ ਹੈ, ਤੇ ਹੌਲੀ ਹੌਲੀ ਰੋਗ ਵਿਗੜਦਾ ਵਿਗੜਦਾ ਕੈਂਸਰ ਤੱਕ ਪਹੁੰਚ ਜਾਂਦਾ ਹੈ। ਨਾਮ ਬਰਾਤ ਬਿਮਾਰੀ ਹੈ ਕੈਂਸਰ। ਜਦੋਂ ਤੀਜੀ ਸਟੇਜ ਤੇ ਆ ਜਾਂਦੀ ਤੇ ਉਹਦਾ ਕੋਈ ਇਲਾਜ ਨਹੀਂ, ਪਹਿਲਾ ਇਲਾਜ ਹੈ। ਇਹ ਮੈਂ ਦ੍ਰਿਸ਼ਟਾਂਤ ਤਾਂ ਬਿਆਨ ਕੀਤਾ ਹੈ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨਾਲ ਹੀ ਵੈਦ ਨੇ, ਵੈਦ ਇਹ ਕਹਿੰਦੇ ਗੁਰਮੁਖੋ ਦਵਾਈਆਂ ਤਾਂ ਬੜੀਆਂ ਬਣਾਈਆਂ ਨੇ, ਲੇਕਿਨ ਨਿੰਦਿਆ ਦੀ ਦਵਾਈ ਅਜੇ ਤਿਆਰ ਨਹੀਂ ਹੋਈ, ਜੇ ਬਣ ਰਹੀ ਹੈ। ਉਹ ਪੰਕਤੀਆਂ ਨੇ, ਔਖਦ ਸਭੇ ਕੀਤਿਆਂ ਨ ਨਿੰਦਕ ਕਾ ਦਾਰੂ ਨਾ ਹੈ। ਬੜੀਆਂ ਦਵਾਈਆਂ ਬਣ ਗਈਆਂ, ਪਰ ਨਿੰਦਿਆ ਕਰਨ ਵਾਲਾ ਬੰਦਾ ਆਪਣੀ ਨਿੰਦਿਆ ਕਰਨ ਤੋਂ ਨਹੀਂ ਹਟਦਾ। ਤੇ ਨਿੰਦਿਆ ਕਿੱਡਾ ਕੁ ਵੱਡਾ ਗੁਨਾਹ ਹੈ, ਕਿੱਡੀ ਕੁ ਵੱਡੀ ਬੁਰਾਈ ਹੈ। ਇਹਦੀ ਜਾਣਕਾਰੀ ਸਾਨੂੰ ਮਿਲਦੀ ਵੀ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਸੰਸਾਰ ਦੇ ਜੀਵਾਂ ਨੂੰ ਉਤਾਰਦੇ, ਪੱਟੀ, ਕਸੂਰ, ਕੰਗਣਵਾਲ ਇਤਿਆਦਿਕ ਪਿੰਡਾਂ ਤੋਂ ਹੁੰਦੇ ਹੋਏ ਮਹਾਰਾਜ ਮਿੰਟ ਗੁਮਰੀ ਦੇ ਜ਼ਿਲ੍ਹੇ ਦੇ ਵਿੱਚ ਇੱਕ ਸਤਕਰਾ ਪਿੰਡ ਉੱਤੇ ਪਹੁੰਚੇ ਹਨ। ਇਹਦੇ ਨਾਲ ਮੈਂ ਇੱਕ ਹੋਰ ਬੇਨਤੀ ਕਰਾਂ, ਮੈਨੂੰ ਕੱਲ ਗੁਰਮੁਖ ਪਿਆਰੇ ਨੇ ਬਾਹਰੋਂ ਬਹੁਤ ਸਾਰੇ ਫੋਨ ਕੀਤੇ। ਸਾਡੇ ਬਹੁਤ ਸਾਰੇ ਗੁਰਦੁਆਰੇ ਸਾਹਿਬ ਪਾਕਿਸਤਾਨ 'ਚ ਨੇ, ਤੇ ਉਹਨਾਂ ਦੀ ਸੇਵਾ ਸੰਭਾਲ ਨਾ ਹੋਣ ਕਰਕੇ ਕਈਆਂ ਨੇ ਕਬਜ਼ਾ ਕਰ ਲਿਆ, ਕਈ ਥਾਵਾਂ ਤੇ ਗੁਰਦੁਆਰਿਆਂ ਦੇ ਨਾਮੋ ਨਿਸ਼ਾਨ ਮਿਟ ਗਏ ਨੇ। ਤੇ ਮੈਨੂੰ ਉਹਨਾਂ ਵੀਰਾਂ ਨੇ ਹੁਕਮ ਕੀਤਾ ਵੀ ਗਿਆਨੀ ਜੀ ਤੁਸੀਂ ਸਾਂਝੀ ਸਟੇਜ ਤੋਂ ਸਿੱਖ ਸੰਗਤਾਂ ਨੂੰ ਬੇਨਤੀ ਕਰੋ, ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਚਰਨ ਪਾਏ, ਗੁਰੂ ਕਾ ਸਿੱਖ ਉਥੋਂ ਦੀ ਪਾਵਨ ਚਰਨ ਧੂੜ, ਕਿਉਂਕਿ ਆਪਾਂ ਪੜ੍ਹਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਉਥੋਂ ਦੀ ਚਰਨ ਧੂੜ ਲੈਣ ਲਈ ਜਾਂਦਾ ਹੈ। ਕਈ ਗੁਰਦੁਆਰੇ ਸਾਹਿਬ ਅਲੋਪ ਹੋ ਰਹੇ ਨੇ, ਤੇ ਜਿਹੜੇ ਗੁਰਮੁਖ ਪਿਆਰੇ ਸੇਵਾ ਕਰਦੇ ਉਹਨਾਂ ਨੂੰ ਬੇਨਤੀ ਵੀ ਗੁਰਮੁਖੋ ਉਹਨਾਂ ਅਸਥਾਨਾਂ ਦੀ ਸੇਵਾ ਕਰੋ, ਤਾਂ ਕਿ ਸਿੱਖ ਪੰਥ ਉਸ ਸਥਾਨ ਤੇ ਨਤਮਸਤ ਹੋ ਕਰਕੇ ਆਪਣੇ ਆਪ ਨੂੰ ਵਡਭਾਗਾ ਬਣਾ ਸਕੇ। ਸਤਕਰੇ ਪਿੰਡ ਵਿੱਚ ਗਏ, ਇੱਕ ਬਹੁਤ ਸਾਰਾ ਵੱਡਾ ਦਰਖਤ ਹੈ, ਮੈਂ ਗੱਲ ਨਿੰਦਿਆ ਦੀ ਕਰਨ ਲੱਗਾ। ਸਤਿਗੁਰੂ ਪਾਤਸ਼ਾਹ ਉਹਦੇ ਥੱਲੇ ਬਹਿ ਗਏ, ਤੇ ਸਾਹਮਣੇ ਇੱਕ ਬੜਾ ਤਗੜਾ ਹੱਟ ਸੀ। ਤੇ ਸਤਿਗੁਰੂ ਪਾਤਸ਼ਾਹ ਦਾ ਪਰਮ ਪਿਆਰਾ ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਇਹ ਸੇਠ ਨੇ ਕੋਈ ਪਹਿਲੇ ਪੁੰਨ ਕੀਤੇ ਹੋਣਗੇ, ਮੌਜਾਂ ਮਾਣਦਾ ਜੀ, ਮੌਜਾਂ। ਸਤਿਗੁਰੂ ਪਾਤਸ਼ਾਹ ਦਾ ਡਾਢਾ ਪਿਆਰ ਸੀ ਭਾਈ ਮਰਦਾਨੇ ਨੇ। ਕਹਿਣ ਲੱਗੇ, ਮਰਦਾਨਿਆ
ਤੂੰ ਵਿਚਾਰਵਾਨ ਹੈ, ਢੱਕੀ ਰਿਜੇ ਕੋਈ ਨਾ ਬੁੱਝੇ। ਜਿੰਨਾ ਚਿਰ ਭਾਂਡਾ ਢੱਕਿਆ ਤੇ ਕੋਈ ਨਹੀਂ ਪਤਾ ਚੱਲਦਾ, ਜਿੰਨਾ ਇਹ ਦੁਖੀ ਇੰਨਾ ਕੋਈ ਦੁਖੀ ਨਹੀਂ ਹੋ। ਕਹਿਣ ਲੱਗਾ ਜੀ ਪੁੱਛ ਲਾਂ, ਕਹਿਣ ਲੱਗੇ ਵੀ ਜੋ ਭਾਈ ਤੂੰ ਆਪਣਾ ਜਾ ਕੇ ਸ਼ੱਕ ਦੂਰ ਕਰ ਲਾ, ਪੁੱਛ ਲਾ। ਬੜਾ ਲੰਮਾ ਚੌੜਾ ਵਸਤਾਰ ਲਿਖਿਆ ਸਾਡੇ ਬਜ਼ੁਰਗਾਂ ਨੇ। ਸੇਠ ਗੱਦੀ ਤੇ ਬੈਠਾ, ਕਹਿੰਦਾ ਲੋਕੀ ਸੌਦਾ ਲੈਣ ਆਉਂਦੇ ਤਾਂ ਹੁਕਮ ਕਰੀ ਜਾਂਦਾ, ਆ ਲਿਆ ਆ ਲਿਆ। ਭਾਈ ਮਰਦਾਨਾ ਜੀ ਗਏ, ਸੇਠ ਨੇ ਆਖਿਆ ਬਾਬਾ ਜੀ ਆਓ ਜੀ ਆਇਆਂ ਨੂੰ, ਹੁਕਮ ਕਰੋ ਕੀ ਚਾਹੀਦਾ। ਕਹਿੰਦੇ ਲੈਣ ਕੁਝ ਨਹੀਂ ਆਇਆ, ਪਰ ਮੈਂ ਆਪਣੇ ਸ਼ੰਕੇ ਦੀ ਨਿਵਰਤੀ ਕਰਨ ਵਾਸਤੇ ਆਇਆ ਵੀ ਤੁਸੀਂ ਬਹੁਤ ਸੁਖੀ ਹੋ। ਤੇ ਮੇਰਾ ਮੁਰਸ਼ਦ ਕਹਿੰਦਾ ਪੁੱਛਿਆ, ਮਾਫ ਕਰਨਾ, ਮੁਰਸ਼ਦ ਗੁਰੂ ਨੂੰ ਕਹਿੰਦੇ ਨੇ, ਮੇਰਾ ਗੁਰੂ ਕਹਿੰਦਾ। ਸੇਠ ਨੇ ਗੱਲ ਨਹੀਂ ਕੀਤੀ, ਪੌਮਾ ਮਾਰ ਕੇ ਰੋ ਪਿਆ। ਕਹਿਣ ਲੱਗਾ ਜਿੰਨਾ ਮੈਂ ਦੁਖੀ ਹੈ ਨਾ ਦੁਨੀਆ 'ਚ ਕੋਈ ਦੁਖੀ ਨਹੀਂ। ਕਹਿਣ ਲੱਗਾ ਫਿਰ ਜੇ ਦੁਖੀ ਹੈ ਨਾ ਤੇ ਦੁੱਖਾਂ ਨੂੰ ਰੋਕ ਕਰਨ ਵਾਲਾ ਮੇਰੇ ਸਾਹਮਣੇ ਮੇਰਾ ਪੀਰ ਬੈਠਾ, ਮੇਰਾ ਗੁਰੂ, ਉਹਦੇ ਕੋਲ ਚੱਲ। ਆਇਆ, ਉਹਨੇ ਆਪਣੀ ਅੰਦਰ ਦੀ ਗੱਲ ਦੱਸੀ। ਕਈ ਗੱਲਾਂ ਅਸੀਂ ਖੁੱਲ੍ਹ ਕੇ ਨਹੀਂ ਕਹਿ ਸਕਦੇ, ਫੱਬਦੀਆਂ ਨਹੀਂ। ਕਹਿਣ ਲੱਗਾ ਜੀ ਮੇਰੀ ਧਰਮ ਪਤਨੀ ਬਿਮਾਰ ਹੋ ਗਈ, ਇਹ ਤੁਸੀਂ ਉਸ ਸ਼ਬਦ ਦੀ ਭੂਮਿਕਾ ਪੜ੍ਹ ਸਕਦੇ ਹੋ ਜਾ ਕੇ ਪੋਥੀਆਂ 'ਚੋਂ। ਕਹਿਣ ਲੱਗਾ ਜੀ ਮੇਰਾ ਧਰਮ ਪਤਨੀ ਦੇ ਨਾਲ ਬੜਾ ਸਨੇਹ ਸੀ, ਬਿਮਾਰ ਹੋ ਗਈ, ਮੈਂ ਮੋਹ-ਵਸ ਹੋ ਕੇ ਬੜਾ ਰੋਇਆ ਸਰਾਣੇ ਤੇ ਬਹਿ ਕੇ। ਮੇਰੀ ਧਰਮ ਪਤਨੀ ਦਾ ਮਨ ਭਖਿਆ ਤੇ ਕਹਿਣ ਲੱਗਾ ਮੈਨੂੰ ਵਿਖਾ, ਰੋ ਕੇ ਵਿਖਾ ਨਾ, ਪਖੰਡ ਨਾ ਕਰ, ਮੈਂ ਮਰ ਗਈ, ਮੇਰਾ ਸਿਵਾ ਨਹੀਂ ਠੰਡਾ ਹੋਣਾ, ਤੂੰ ਹੋਰ ਲੈ ਆਉਣੀ ਹੈ। ਮੈਂ ਚਮੜੀ ਦੇ ਰਸ ਵਿੱਚ ਇੰਨਾ ਅੰਨਾ ਸਾਂ, ਮੈਂ ਆਪਣੇ ਅੰਗਾਂ ਦੀ ਪਰਵਾਹ ਨਾ ਕੀਤੀ। ਅੱਜ ਉਹ ਤੰਦਰੁਸਤ ਹੈ। ਬਾਬਾ ਮੇਰੀ ਜ਼ਬਾਨ ਆਗਿਆ ਨਹੀਂ ਦਿੰਦੀ ਕਿ ਮੈਂ ਕਹਾਂ ਮੇਰੇ ਜਿਉਂਦਿਆਂ ਉਹ ਪਰਾਏ ਪੁਰਸ਼ਾਂ ਦਾ ਸੰਗ ਕਰਦੀ ਤੇ ਮੇਰੇ ਪੱਲੇ ਕੀ ਹੈ। ਹਜ਼ੂਰ ਨੇ ਦਰਾਸਾ ਦਿੱਤਾ ਔਰ ਉਹਦੇ ਪਰਥਾਏ ਸਤਿਗੁਰੂ ਪਾਤਸ਼ਾਹ ਨੇ ਸ਼ਬਦ ਉਚਾਰਿਆ, ਉਹ ਆਪਾਂ ਨੂੰ ਬਹੁਤਿਆਂ ਨੂੰ ਕੰਠ ਹੈ, ਜਿਹਦੀ ਖੀਲੀ ਪੰਕਤੀ ਹੈ, ਨਾਨਕ ਦੁਖੀਆ ਸਭ ਸੰਸਾਰ। ਉਹਦੇ ਚੋਂ ਅੱਜ ਦੇ ਇਸ ਹੁਕਮਨਾਮੇ ਦੇ ਨਾਲ ਆਪਾਂ ਪੰਕਤੀ ਕੱਢਣੀ ਹੈ, ਰੋਵੇ ਐਜਸ ਭੀਖਿਆ ਖਾਏ ਰਾਜਾ ਐਜਸ, ਰੋਵੇ ਰਾਵਣ ਲੰਘ ਗਵਾਇਆ। ਆਪਾਂ ਪੜ੍ਹਦੇ ਹਾਂ ਨਾ, ਬਹੁਤ ਸਾਰੀਆਂ ਉੱਥੇ ਧਾਰਨਾ ਨੇ। ਸੰਸਰਦਾਨ ਦੇ ਇੰਦਰ ਰਵਾਇਆ। ਇੱਕ ਰਾਜਾ ਅੱਜ ਹੋਇਆ, ਨਿਯਮਾਵਲੀ ਦੇ ਮੁਤਾਬਕ ਕਹਿੰਦੇ ਵੀ ਉਹ ਰਾਮਚੰਦਰ ਦੇ ਦਾਦਾ ਜੀ ਸਨ। ਚਾਹੇ ਉਹ ਮੰਨ ਲਓ ਚਾਹੇ ਹੋਰ ਹੋਵੇ, ਪਰ ਅੱਜ ਨਾਲ ਸੰਬੰਧਿਤ ਘਟਨਾ ਹੈ। ਬੜਾ ਦਾਨੀ ਸੀ। ਅੰਮ੍ਰਿਤ ਵੇਲੇ ਉਹਨੇ ਦਾਨ ਕਰਨਾ, ਨਿਯਮ ਦੇ ਮੁਤਾਬਕ ਉਹਨੇ ਦਾਨ ਕੀਤਾ ਤੇ ਇੱਕ ਰੱਬ ਦਾ ਪਿਆਰਾ ਮਹਾਤਮਾ ਕੋ ਪੁੱਜੀ ਰੂਹ ਆ ਗਈ ਤੇ ਕਹਿੰਦੇ ਰਾਜਨ ਮੇਰੇ ਕੱਪੜੇ ਪਾਟੇ ਨੇ, ਮੈਨੂੰ ਕੱਪੜੀ ਧੋਤੀ ਦੇ ਦੇ। ਰਾਜ ਨੇ ਹਲੀਮੀ ਨਾਲ ਬੇਨਤੀ ਕੀਤੀ, ਮਹਾਂਪੁਰਸ਼ੋ ਮੈਂ ਸਾਰਾ ਕੁਝ ਹੁਣ ਵਰਤਾ ਚੁੱਕਾ ਹਾਂ, ਤੁਸੀਂ ਥੋੜਾ ਜਿਹਾ ਪਹਿਲਾਂ ਆ ਜਾਣਾ, ਕੱਲ ਨੂੰ ਆਉਣਾ, ਹੁਕਮ ਕਰੋ। ਸਾਧੂ ਬੜਾ ਮੇਰੇ ਵਰਗਾ ਕਾਹਲੇ ਸੁਭਾਅ ਦਾ ਸੀ। ਕਹਿਣ ਲੱਗਾ ਮੈਂ ਤੇਰਾ ਨੌਕਰ ਆਇਆ ਲੈਣ ਲਈ ਤੇ ਵੇਖੋ ਕਿੰਨਾ ਸੁਭਾਅ। ਕਹਿਣ ਲੱਗਾ ਨੌਕਰ ਭਲ ਕੇ ਲੈਣ ਆਵਾਂਗਾ, ਜੋ ਕੁਝ ਦੇ ਦੇ। ਰਾਜਾ ਦਾਨੀ ਹੈ, ਹੈਰਾਨ ਹੋ ਗਿਆ ਵੀ ਕਿਹੋ ਜਿਹਾ ਬਾਬਾ। ਕਹਿਣ ਲੱਗਾ ਬਾਬਾ ਜੀ ਮੈਂ ਤਾਂ ਘੋੜਿਆਂ ਦੇ ਤਵੇਲੇ 'ਚ ਹਾਂ, ਮੇਰੇ ਕੋਲ ਕੱਪੜਾ ਹੈ ਨਹੀਂ, ਮੈਂ ਕਿੱਥੋਂ ਦਿਆਂ। ਕਹਿੰਦਾ ਜੋ ਹੈਗਾ ਦੇ ਦੇ। ਰਾਜੇ ਦੇ ਅੰਦਰ ਵੀ ਥੋੜੀ ਜਿਹੀ ਗਰਮੀ ਆਈ। ਉਹ ਕਹਿਣ ਲੱਗਾ ਬਾਬਾ ਫਿਰ ਮੇਰੇ ਕੋਲ ਲਿੱਧ ਹੈਗੀ, ਹੁਣ ਹੋਰ ਤਾਂ ਕੁਝ ਨਹੀਂ, ਲਿੱਧ ਹੈ। ਕਹਿੰਦਾ ਲਿੱਧ ਹੀ ਚੱਲੇਗੀ। ਗੱਲ ਨਿੰਦਿਆ ਦੀ ਕਰਨ ਲੱਗਿਆ। ਉਥੇ ਲਿਖਿਆ ਕਿ ਰਾਜੇ ਅਜਸ ਨੇ, ਐਜਸ ਜਿਹਨੂੰ ਐਜਸ ਵੀ ਕਿਹਾ ਬਾਣੀ 'ਚ, ਤੇ ਨਾਮ ਅੱਜ, ਉਹਨੇ ਲਿੱਧ ਦਾ ਬੁੱਕ ਭਰ ਕੇ ਮਹਾਂਪੁਰਸ਼ਾਂ ਦੀ ਝੋਲੀ 'ਚ ਪਾ ਦਿੱਤਾ। ਉਹਨੂੰ ਗਰਮੀ ਨਹੀਂ ਆਈ। ਕਹਿਣ ਲੱਗਾ ਮਹਾਰਾਜ ਉਹਨੇ ਭਗਵਾਨ ਅੱਗੇ ਅਰਦਾਸ ਕੀਤੀ, ਜਿਹੜਾ ਇਸ ਵੇਲੇ ਤਾਂ ਇਹਨੇ ਦਾਨ ਕੀਤਾ, ਮਾਰੀ ਕਿਰਪਾ ਕਰੀ ਬਰਕਤਾਂ ਪੈ ਜਾਣ। ਇੱਥੇ ਮੈਂ ਅੱਜ ਦੀ ਇੱਕ ਗੱਲ ਕਰ ਜਾ। ਅੱਜ ਦੀ
ਜੇ ਕੋਈ ਸਾਨੂੰ ਖੁੱਲੇ ਪੈਸੇ ਦੇਵੇ ਤੇ ਸੰਗ ਪਾੜ ਪੜ ਕੇ ਅਰਦਾਸਾਂ ਕਰਦੇ ਆ, ਤੇ ਜੇ ਗਰੀਬ ਕੋਈ 5 ਦਿੰਦਾ ਤੇ ਸਾਨੂੰ ਦਿਸਦੇ ਹੀ ਨਹੀਂ। ਜੇ ਕੋਈ 5 ਦੇ ਦੇ ਨਾ ਉਹ ਨਹੀਂ ਦਿਸਦੇ। ਜੇ ਕੋਈ ਬਹੁਤੇ ਦਿੰਦੇ ਤੇ ਕਹਿੰਦਾ ਮੈਂ ਅਰਦਾਸ ਕਰਦਾ ਮੁਆਫੀ ਦਿਆ ਜੇ। ਅਸੀਂ ਮਲਕ ਭਾਗੋ ਦੀ ਅਰਦਾਸ ਕਰਦੇ ਹਾਂ, ਅਸੀਂ ਭਾਈ ਲਾਲੋ ਦੀ ਅਰਦਾਸ ਨਹੀਂ ਕਰਦੇ। ਅਸੀਂ ਮਲਕ ਭਾਗੋ ਦੀ ਅਰਦਾਸ ਕਰਦੇ ਹਾਂ। ਗੁਰੂ ਨਾਨਕ ਦੇ ਘਰ ਵਿੱਚ ਇਹ ਕੌਡੀ ਵੀ ਚੱਲਦੀ ਹੈ। ਮੈਂ ਜਜ਼ਬਾਤੀ ਤੇ ਗੁੱਸੇ ਨਾਲ ਨਹੀਂ ਬੋਲ ਰਿਹਾ। ਭਾਈ ਗੁਰਦਾਸ ਗੁਰੂ ਘਰ ਦਾ ਮਹਾਨ ਵਿਦਵਾਨ ਕਹਿੰਦਾ, ਗੁਰੂ ਕੇ ਸਿੱਖਾ ਭਾਮਨੀ ਭਗਤ ਅਗਰ ਕੌਡੀ ਇੱਕ ਭਾਗ ਰਾਖੇ, ਸਤਿਗੁਰੂ ਕੋਟ ਨਿਦਾਨ ਦਾਨ ਦੇਤ ਹੈ। ਤੂੰ ਗੁਰੂ ਨਾਨਕ ਦੇ ਘਰ ਅੱਗੇ ਕੌਡੀ ਰੱਖਦੇ ਭਾਵਨਾ ਦੇ ਨਾਲ, ਤੈਨੂੰ ਕਰੋੜਾਂ ਦਾ ਮਾਲਕ ਬਣਾ ਦੇਗਾ। ਅੱਜ ਤੁਸੀਂ ਗੁਰੂ ਅੱਗੇ ਅਰਦਾਸ ਕਰੋ, ਅਸੀਂ ਤੁਹਾਡੇ ਧਾਰਮਿਕ ਆਗੂ ਮਲਕ ਭਾਗੋ ਦੀ ਅਰਦਾਸ ਨਾ ਕਰਿਆ ਕਰੀਏ, ਲਾਲੋ ਦੀ ਅਰਦਾਸ ਕਰਿਆ ਕਰੀਏ। ਇਹ ਤੁਸੀਂ ਅਸੀਸ ਦਿਓ ਸਾਨੂੰ, ਗੁਰੂ ਮਿਹਰ ਕਰੇ। ਮਹਾਤਮਾ ਨੇ ਅਰਦਾਸ ਕੀਤੀ ਵੀ ਮਾਰੇ ਬਰਕਤ ਪਾਈ। ਲੈ ਗਿਆ ਲਿੱਧ। ਉੱਥੇ ਲਿਖਿਆ ਕਿ ਸਮੇਂ ਦੇ ਚੱਕਰ ਦੇ ਨਾਲ ਰਾਜਾ ਕਿਤੇ ਆਪਣੇ ਸੈਰ ਸ਼ਿਕਾਰ ਗਿਆ, ਲਿੱਧ ਦੇ ਢੇਰ ਲੱਗੇ ਨੇ। ਨਿੱਕਾ ਜਿਹਾ ਛੱਪਰ ਹੈ, ਕਹਿਣ ਲੱਗਾ ਬਾਬਾ ਜੀ ਇੰਨੀ ਲਿੱਧ ਘੋੜਾ ਤਾਂ ਦਿਸਦਾ ਨਹੀਂ। ਕਹਿਣ ਲੱਗੇ ਰਾਜਾ ਬਰਕਤਾਂ ਪਈਆਂ ਤੇਰੇ ਦਾਨ 'ਚ, ਬਰਕਤਾਂ। ਪੈਰਾਂ ਥੱਲੋਂ ਮਿੱਟੀ ਹਿੱਲ ਗਈ। ਕਹਿਣ ਲੱਗਾ ਬਾਬਾ ਜੀ ਫਿਰ ਕੀ ਬਣੇਗਾ ਇਹਦਾ? ਕਹਿੰਦੇ ਰਾਜਨ, ਕਿਉਂਕਿ ਆਪਾਂ ਬਾਣੀ ਪੜ੍ਹਦੇ ਐ ਕਰ ਕਰੇ ਸੋ ਐ ਕਰ ਪਾਏ, ਕੋਈ ਨਾ ਪਕੜੀਏ ਕਿਸੇ ਕੇ ਥਾਏ। ਜਿਹੜੇ ਹੱਥਾਂ ਨਾਲ ਕਰੇਗਾ ਨਾ ਉਹਨਾਂ ਹੱਥਾਂ ਨਾਲ ਹੀ ਤੈਨੂੰ ਮਿਲੇਗਾ। ਕਿਸੇ ਦੇ ਥਾਂ ਤੇ ਕਿਸੇ ਨੇ ਕਾਬੂ ਨਹੀਂ ਜਿਉਣਾ। ਕਰਮੀ ਆਪੋ ਆਪਣੀ, ਰੋਜ਼ਾਨਾ ਪੜ੍ਹਦੇ ਆ, ਕਰਮੀ ਆਪੋ ਆਪਣੀ ਕਰਮਾਂ ਮੁਤਾਬਕ ਚੱਲੇਗਾ, ਕਿਆ ਨੇੜੇ ਕਿਆ ਦੂਰ। ਕਹਿਣ ਲੱਗਾ ਬਾਬਾ ਜੀ ਫਿਰ ਕਿਵੇਂ? ਕਹਿੰਦੇ ਰਾਜਾ ਹੁਣ ਤਿਆਰੀ ਵੱਟ ਸਾਰਾ ਛਕਣਾ, ਖਾਣਾ ਪਏਗਾ ਤੈਨੂੰ ਲਿੱਧ। ਕਹਿਣ ਲੱਗੇ ਕੋ ਭਾ ਹੈ, ਜਿਵੇਂ ਆਪਾਂ ਅੱਜ ਕੱਲ੍ਹ ਕਹਿੰਦੇ ਕੰਪਨੀ, ਬਹੁ ਦੇ ਬੰਦੇ ਰਲ ਕੇ ਕੰਮ ਕਰਦੇ ਉਹਨੂੰ ਕੰਪਨੀ ਕਹਿੰਦੇ। ਕਹਿੰਦੇ ਰਾਜਾ ਕੰਪਨੀ ਬਿਠਾ ਲਾ। ਉਦੋਂ ਅੰਗਰੇਜ਼ੀ ਨਹੀਂ ਪ੍ਰਚਲਿਤ ਹੋਣੀ, ਜੇ ਹੁੰਦੀ ਨਾ ਤੇ ਉਹਨੇ ਕਹਿਣਾ ਸੀ ਕੰਪਨੀ ਬਣਾ ਲਾ। ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦਾ ਰਾਜਾ ਭਾਈ ਵਾਲੀ ਕਰ ਲਾ, ਭਾਈ ਵਾਲੀ। ਕਹਿੰਦੇ ਜੀ ਕਿਹਦੇ ਨਾਲ? ਮੈਂ ਤੈਨੂੰ ਸੁਝਾਅ ਦਿਆਂ। ਦੱਸੋ ਬਾਬਾ ਜੀ। ਕਹਿੰਦੇ ਨਗਰ ਵਿੱਚ ਜਾ ਤੇ ਲੋਕਾਂ ਕੋਲ ਨਿੰਦਿਆ ਕਰਾ, ਜਿਹੜੇ ਤੇਰੀ ਨਿੰਦਿਆ ਕਰਨਗੇ ਬਾਕੀ ਦੀ ਉਹ ਖਾਣਗੇ। ਜਿਹੜੀ ਤੇਰੇ ਵਾਲੀ ਤਾਂ ਤੇਰੇ ਕੋਲ ਹੈਗੀ ਨਾ, ਜਿਹੜੇ ਨਿੰਦਿਆ ਕਰਨਗੇ ਬਾਕੀ ਉਹ ਹੀ ਖਾਣਗੇ। ਰਾਜਾ ਅੱਜ ਕਹਿੰਦੇ ਨੇ ਵੇਸਵਾ ਦੇ ਕੋਲ ਗਿਆ, ਉਹਨੂੰ ਕਹਿਣ ਲੱਗਾ ਧੀਏ ਜਿਹੜੀ ਭਾਵਨਾ ਦੇ ਨਾਲ ਹੋਰ ਲੋਕੀ ਆਉਂਦੇ ਨੇ, ਮੈਂ ਉਸ ਭਾਵਨਾ ਨਾਲ ਨਹੀਂ ਆਇਆ। ਮੈਂ ਤੈਨੂੰ ਆਪਣੀ ਧੀ ਜਾਣ ਕੇ ਆਇਆ, ਤੇ ਧੀਆਂ ਹਮੇਸ਼ਾ ਮਾਪਿਆਂ ਦੀ ਖੈਰ ਮੰਗਦੀਆਂ ਨੇ। ਰਾਜਾ ਪਿਤਾ ਹੁੰਦਾ ਹੈ। ਮੇਰੀ ਇੱਕ ਤੈਨੂੰ ਬੇਨਤੀ ਵੀ ਮੇਰਾ ਸਾਥ ਦੇ। ਇੱਕ ਦਿਨ ਮੇਰੇ ਨਾਲ ਰੱਥ ਵਿੱਚ ਬਹਿ ਤੇ ਆਪਾਂ ਨਗਰ ਦਾ ਗੇੜਾ ਕੱਢਣਾ ਤੇ ਮੇਰਾ ਮਸਲਾ ਹੱਲ ਹੋ ਜਾਏਗਾ। ਕਹਿੰਦੀ ਕੋਈ ਗੱਲ ਨਹੀਂ ਰਾਜਨ, ਮੈਂ ਤਿਆਰ ਹਾਂ ਸੇਵਾ ਲਈ। ਰਾਜੇ ਅੱਜ ਨੇ ਕਹਿੰਦੇ ਨੇ ਰਾਤੇ ਸਵਾਰੀ ਕੀਤੀ, ਉਸ ਵੇਸਵਾ ਬੀਬੀ ਨੂੰ ਆਪਣੇ ਨਾਲ ਬਿਠਾਇਆ ਤੇ ਨਕਲੀ ਸ਼ਰਾਬੀ ਬਣ ਗਿਆ। ਇੱਕ ਤਾਂ ਹੁੰਦਾ ਨਾ ਅਸਲੀ, ਇੱਕ ਹੁੰਦੇ ਨਕਲੀ। ਨਕਲੀ ਸ਼ਰਾਬੀ ਬਣ ਗਿਆ ਤੇ ਸਾਡੇ ਵਰਗੇ ਕਹਿਣ ਲੱਗੇ ਵੇਖ ਧੌਲਾ ਝਾਟਾ ਧੌਲਾ ਦਾੜਾ, ਬੁੱਢੇ ਬਾਰੇ ਕੀ ਕਰਤੂਤਾਂ ਕਰਦਾ ਈ, ਧੀ ਦੇ ਸਮਾਨ ਹੀ ਧੀ ਦੇ ਸਮਾਨ। ਜਦੋਂ ਨਿੰਦਿਆ ਕੀਤੀ ਗੇੜਾ ਮੁੱਕਿਆ। ਕੋਈ ਦਿਨਾਂ ਤੋਂ ਬਾਅਦ ਗਿਆ ਤੇ ਕਹਿੰਦੇ ਰਾਜਨ ਢੇਰ ਕਹਿੰਦੇ ਤੇਰੇ ਹਿੱਸੇਦਾਰ ਲੈ ਗਈ। ਜਿਹਨਾਂ ਤੇਰੀ ਨਿੰਦਿਆ ਕੀਤੀ ਨਾ ਉਹ ਲੈ ਗਈ, ਪਰ ਨਿੱਕੀ ਜੀ ਢੇਰੀ ਸੀ। ਕਹਿਣ ਲੱਗੇ ਰਾਜਨ ਇਹ ਆਪਣੇ ਹੱਥਾਂ ਨਾਲ ਕੀਤੀ, ਇਹ ਕਿਸੇ ਨਹੀਂ ਖਾਣੀ, ਇਹ ਤੈਨੂੰ ਖਾਣੀ ਪਏਗੀ। ਲਿਖਿਆ ਹੋਇਆ ਸਾਰਾ ਕੁਝ। ਰਾਜੇ ਅੱਜ ਨੇ ਉਹ ਲਿੱਧ ਆਪਣੀ ਝੋਲੀ ਚ ਪਵਾਈ, ਆਪਣੇ ਮਹਿਲਾਂ ਵਿੱਚ ਆਇਆ। ਜਿਹੜੇ ਰਸੋਈਏ ਸਨ ਉਹਨਾਂ ਨੂੰ ਕਹਿਣ ਲੱਗਾ, ਜਿਵੇਂ ਕਈ ਲੋਕ ਚੂਰਨ ਖਾਂਦੇ ਰੋਟੀ ਤੋਂ ਬਾਅਦ, ਕਹਿਣ ਲੱਗਾ ਮੈਨੂੰ ਥੋੜਾ ਜਿਹਾ ਭੋਰਾ ਜਿਹਾ ਇਹ ਰਗੜ ਕੇ ਸ਼ੀਸ਼ੀ ਚ ਪਾ ਦੇ
ਤੇ ਮੈਨੂੰ ਦੇ ਦਿਆ ਕਰ। ਜਦੋਂ ਰਾਜਾ ਅੱਜ ਉਸ ਲਿੱਦ ਨੂੰ ਖਾਂਦਾ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰੋਵੇ ਐ ਜਿਸ ਭੀਖਿਆ ਖਾਏ ਐਸੀ ਦਰਗੇ ਮਿਲੇ ਸਜਾਏ। ਇਸ ਕਰਕੇ ਗੁਰਮੁਖਾ ਇਹ ਬਹੁਤ ਵੱਡਾ ਰੋਗ ਹੈ ਨਿੰਦਿਆ ਤੋਂ ਬਾਅਦ ਚ। ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਜਿਵੇਂ ਬਾਬੇ ਬੁੱਲੇ ਸ਼ਾਹ ਦਾ ਬੜਾ ਪਿਆਰਾ ਬੋਲ ਹੈ, ਕਹਿੰਦੇ ਬੋਲਿਆ ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ। ਤੈਨੂੰ ਲੋਕ ਕਾਫਰ ਕਹਿੰਦੇ ਤੂੰ ਕਹ ਵੀ ਗੁਰਮੁਖੋ ਆ ਹੀ ਕਾਫਰ, ਤੇਰਾ ਕੋ ਲੈ ਜਾਏਗਾ। ਬੁੱਲਿਆ ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ, ਮੈਂ ਹਾਂ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਜੇ ਕੋ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਨਾ, ਉਹ ਆਪਣੇ ਗੁਣ ਨੂੰ, ਆਪਣੇ ਸੁਭਾਅ ਨੂੰ, ਆਪਣੀ ਆਦਤ ਨੂੰ ਨਹੀਂ ਬਦਲਦੇ। ਰਹਾਉ। ਮੇਰੀ ਜ਼ਿੰਦਗੀ 'ਚ ਗੁਰਮੁਖ ਇਸ ਤਰ੍ਹਾਂ ਵਾਪਰੀ ਘਟਨਾ। ਮੈਂ ਲੁਧਿਆਣੇ ਸਾਂ ਤੇ ਮੈਂ ਉੱਥੇ ਅੰਮ੍ਰਿਤਧਾਰੀ ਗੁਰਮੁਖ ਪਿਆਰੇ ਕਲਗੀਧਰ ਸਿੰਘ ਸਭਾ ਕਥਾ ਹੁੰਦੀ ਸੀ ਤੇ ਬਜ਼ੁਰਗ ਮਿਲੇ, ਉਹ ਵੀ ਟਕਸਾਲ ਨਾਲ ਸੰਬੰਧਿਤ ਸਨ। ਮੈਂ ਪੁੱਛਿਆ ਵੀ ਮੇਰੇ ਚਾਚੇ ਸੰਤ ਕਰਤਾਰ ਸਿੰਘ ਦਾ ਕੀ ਹਾਲ, ਤੇ ਉਹਨਾਂ ਗੰਦੀਆਂ ਗਾਲਾਂ ਕੱਢੀਆਂ ਮੇਰੇ ਮੂੰਹ ਤੇ ਸੰਤ ਕਰਤਾਰ ਸਿੰਘ ਹੋਰਾਂ ਨੂੰ। ਮੇਰੇ ਮਨ ਵਿੱਚ ਬੜੀ ਗਰਮੀ। ਸਮੇਂ ਦੇ ਚੱਕਰ ਦੇ ਨਾਲ ਜਥਾ ਇੱਕ ਗੁਰਦੁਆਰਾ ਸਾਹਿਬ ਹੈ ਹੁਸ਼ਿਆਰਪੁਰ, ਉੱਚਾ ਟਿੱਬਾ ਸ਼ਾਇਦ ਉਹਦਾ ਨਾਂ ਇਸ ਦਾ, ਉੱਥੇ ਉਹ ਆਦਮੀ ਗਿਆ ਬਜ਼ੁਰਗ ਜਥੇ ਵਾਲਾ, ਤੇ ਸੰਤ ਕਰਤਾਰ ਸਿੰਘ ਨੇ ਆਪਣੇ ਨਾਲੋਂ 1 ਫੁੱਟ ਉੱਚੇ ਮੰਜੇ ਤੇ ਉਹਨੂੰ ਬਿਠਾਇਆ। ਤੇ ਮੈਨੂੰ ਗੱਲ ਕੁਦਰਤੀ ਤੌਰ ਤੇ ਚੇਤੀ ਸੀ, ਮੈਂ ਕਚੀਚੀਆਂ ਵਟਾਂ, ਮੈਂ ਰਹਿ ਨਾ ਸਕਿਆ। ਮੈਂ ਕਿਹਾ ਜੀ ਇਹਨੇ ਤੁਹਾਨੂੰ ਗਾਲਾਂ ਕੱਢੀਆਂ ਨੇ ਗੰਦੀਆਂ। ਤੇ ਮੈਨੂੰ ਉਹਨਾਂ ਬੜਾ ਇਸ਼ਾਰਾ ਕੀਤਾ, ਪਰ ਮੈਂ ਆਪਣੀ ਜਵਾਨੀ ਦੇ ਮੂਡ ਕਰਕੇ ਬਸਮਝ ਪੁਣੇ ਕਰਕੇ ਨਾ ਹਟਿਆ। ਤੇ ਮੈਨੂੰ ਕੋਲ ਆਵਾਜ਼ ਮਾਰ ਕੇ ਮੇਰੇ ਕੰਨ 'ਚ ਕਹਿੰਦੇ ਪੁੱਤਰਾ ਫਿਰ ਇਹਨਾਂ ਦਾ ਤੇ ਆਪਣਾ ਕੀ ਫਰਕ ਹੈ, ਮੇਰਾ ਕੋ ਲੈ ਗਿਆ। ਜੇ ਆਪਾਂ ਵੀ ਬਰਾਬਰ ਤੈਅ ਕੀਤੀ, ਉਹਨਾਂ ਮੈਨੂੰ ਗਾਲਾਂ ਕੱਢੀਆਂ, ਕੋਈ ਮੇਰੇ ਲਾਤਾਂ ਬਾਹਾਂ ਵੇਖਿਆ ਕੋਈ ਨੁਕਸਾਨ? ਮੈਂ ਕਿਹਾ ਜੀ ਨਹੀਂ। ਤੇ ਮੈਂ ਕਿਹਾ ਕੱਢੀਆਂ ਮੇਰੇ ਮੂੰਹ ਤੇ, ਕਹਿੰਦੇ ਕੱਢੀਆਂ ਤੇ ਉੱਡ ਗਈਆਂ। ਪਰ ਜੇ ਆਪਾਂ ਜਵਾਬ ਦਿੱਤਾ ਤੇ ਪੁੱਤਰਾ ਆਪਣਾ ਤੇ ਇਹਨਾਂ ਦਾ ਕੀ ਫਰਕ ਹੈ। ਤੇ ਨਾਲੇ ਉਹਨਾਂ ਉਹ ਪੰਕਤੀਆਂ ਪੜੀਆਂ, ਆਪਾਂ ਗੁਰੂ ਨਾਨਕ ਦੇ ਸਿੱਖ ਹਾਂ, ਬੁਰੇ ਨਾਲ ਬੁਰਿਆਈ ਕਰਨੀ ਮਾਫ ਕਰਨ ਕੀ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਨਾਲੇ ਤੂੰ ਕਹਿਣਾ ਪਿਆ ਆਪਾਂ ਗੁਰੂ ਨਾਨਕ ਦੇ ਸਿੱਖ ਹਾਂ ਤੇ ਨਾਲੇ ਗਰਮੀ ਖਾਨਾ। ਮੈਂ ਉਸੇ ਮੌਕੇ ਮੁਆਫੀ ਮੰਗੀ। ਹੁਸ਼ਿਆਰਪੁਰ ਦੀ ਘਟਨਾ ਮੇਰੀ ਅੱਡ ਬੀਤੀ। ਜਿਹੜੇ ਰੱਬ ਦੇ ਪਿਆਰੇ ਨੇ, ਜੇ ਕੋ ਉਹਨਾਂ ਦੀ ਨਿੰਦਿਆ ਕਰਦਾ ਨਾ, ਉਹ ਆਪਣਾ ਚੰਗਾ ਸੁਭਾਅ, ਆਪਣੇ ਸੰਸਕਾਰ ਨਹੀਂ ਬਦਲਦੇ। ਜੋ ਕਿਛ ਕਰੇ ਸੋ ਆਪੇ ਸੁਆਮੀ। ਵਿਸਰਾਮ ਦੇ ਕਰ ਕਿਰਪਾ ਕਰਦੇ ਨੇ ਉਹਨਾਂ ਗੁਰਮੁਖ ਪਿਆਰਿਆਂ ਦੀ ਇੱਕ ਮਾਨਸਿਕ ਦਸ਼ਾ ਹੈ। ਸਾਡਾ ਸੁਭਾਅ ਇਹ ਹੈ, ਜੇ ਕੋਈ ਚੰਗਾ ਕੀਤਾ ਤੇ ਆਪਾਂ ਕਹਿੰਦੇ ਭਾਈ ਸਾਹਿਬ ਜੀ ਬੜੀ ਮਿਹਨਤ ਕੀਤੀ ਹੈ, ਸਾਡੇ ਬਾਪ ਨੇ ਸਾਨੂੰ ਕੱਖ ਨਹੀਂ ਦਿੱਤਾ। ਸਭ ਤੋਂ ਪਹਿਲਾਂ ਲਾਮਾ ਬਾਪ ਨੂੰ। ਬਾਪ ਤੇਰੇ ਨੇ ਤੈਨੂੰ ਜਨਮ ਦਿੱਤਾ ਹੈ, ਬਾਪ ਨੇ ਤੇਰੇ ਵਾਸਤੇ ਪਾਪੜ ਵੇਲੇ ਨੇ ਕਮਾ ਕੇ ਤੈਨੂੰ ਰੋਟੀ ਦਿੰਦਾ ਰਿਹਾ, ਤੇ ਬਾਪ ਤੈਨੂੰ ਕੀ ਦੇ ਜਾਇਆ? ਮੈਨੂੰ ਬਾਪ ਨੇ ਕੀ ਦਿੱਤਾ? ਗਿਆਨੀ ਜੀ ਬੜੀ ਮਿਹਨਤ ਕੀਤੀ ਹੈ, ਤੇ ਜੇ ਮਾੜਾ ਮੋਟਾ ਘਾਟਾ ਪੈ ਗਿਆ ਤੇ ਕਹਿੰਦਾ ਰੱਬ ਦੀ ਸਾਡੀ ਕੀਤੀ ਕਰਾਈ ਤੇ ਰੱਬ ਨੇ ਪਾਣੀ ਫੇਰ ਦਿੱਤਾ ਹੈ। ਚੰਗਾ ਤੂੰ ਕਰੇ ਤੇ ਰੱਬ ਮਾੜਾ ਕਰੇ, ਆਪਣੀ ਪਛਤਾਏ ਹੈ। ਚੰਗਾ ਹੋ ਜੇ ਮੈਂ ਕੀਤਾ, ਮਾੜਾ ਹੋ ਜੇ ਤੇ ਰੱਬ ਨੇ ਕੀਤਾ। ਹਜ਼ੂਰ ਕਹਿੰਦੇ ਨਾ ਭਾਈ, ਜੋ ਕਿਛ ਕਰੇ ਸੋ ਆਪੇ ਸੁਆਮੀ। ਸੁਆਮੀ ਤੋਂ ਭਾਵ ਮਾਲਕ। ਜਿਹੜਾ ਸੁਆਮੀ ਮਾਲਕ ਹੈ ਨਾ, ਜੋ ਕੁਛ ਕਰਦਾ ਹੈ ਉਹ ਆਪ ਕਰਦਾ ਹੈ, ਉਹਦੀ ਰਹਿਮਤ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ। ਹਾਰੇ ਆਪੇ ਕਾਰ ਕਮਾਵੈ। ਕਾਰ ਤੋਂ ਭਾਵ ਕੰਮ। ਜਿਹੜੇ ਆਪਾਂ ਕੰਮ ਕਰਦੇ ਨਾ, ਇਹ ਵੀ ਪ੍ਰੇਰਨਾ ਦੇਣ ਵਾਲਾ ਉਹ ਹੈ, ਉਹ ਆਪ ਹੀ ਚੰਗੇ ਕੰਮ ਕਰਾਉਣ ਵਾਲਾ ਹੈ। ਹਾਰੇ ਆਪੇ ਹੀ ਮਤ ਦੇਵੈ ਸੁਆਮੀ। ਉਹ ਦੁੱਖਾਂ ਦਾ ਹਾਰ ਘਰੇ ਪਰੇ ਕਰਨ ਵਾਲਾ ਸੁਆਮੀ ਮਾਲਕ ਆਪੇ ਅਗਲ ਦੇ ਦਿੰਦਾ ਜੀ ਤੇ ਕਿਰਪਾ ਹੋਵੇ। ਹਾਰੇ ਆਪੇ ਬੋਲ ਬੁਲਾਵੈ। ਤੇ ਬੁਲਾਉਣ ਵਾਲਾ ਵੀ ਉਹ, ਜਿਵੇਂ ਆਪਾਂ ਬਾਣੀ 'ਚ ਪੜ੍ਹਦੇ ਹਾਂ, ਜਿਉਂ ਬੁਲਾਵੇਂ ਤੂੰ ਬੋਲਣਾ ਸੁਆਮੀ, ਕੁਦਰਤ ਕੌਣ ਹਮਾਰੀ। ਮੇਰੀ 'ਚ ਕੀ ਤਾਕਤ ਹੈ? ਜੋ ਤੂੰ ਬੁਲਾਉਣਾ ਹੈ ਉਹਦੇ ਮੁਤਾਬਕ ਮੈਂ ਬੋਲਦਾ ਹਾਂ। ਹਾਰੇ ਆਪੇ ਪੰਚ ਤਤ ਬਿਸਥਾਰਾ। ਇਹ ਸਾਰੀ ਜਿਹੜੀ ਸ੍ਰਿਸ਼ਟੀ ਗੁਰਮੁਖੋ ਪੰਜਾਂ ਤੱਤਾਂ ਦੀ ਬਣੀ ਹੈ, ਔਰ ਉਹਨਾਂ ਪੰਜਾਂ ਤੱਤਾਂ ਨੂੰ ਇਕੱਠਿਆਂ ਕਰਕੇ ਮੁੜ ਕੇ ਉਹਦਾ ਬਸਤਾਰਾ ਤੋਂ ਭਾਵ ਖਿਲਾਰ ਕੀਤਾ ਹੈ।
ਸੋ ਇਸ ਪ੍ਰਕਾਰ ਵਿੱਚ ਧਾਤੂ ਪੰਚ ਆਪ ਪਾਵੈ। ਔਰ ਇਹ ਪੰਜਾਂ ਤੱਤਾਂ ਦੇ ਬਣੇ ਹੋਏ ਸਰੀਰ ਦੇ ਵਿੱਚ ਉਸ ਪ੍ਰਮਾਤਮਾ ਨੇ ਪੰਜ ਧਾਤੂਆਂ ਪਾਈਆਂ ਨੇ। ਸੋ ਪੰਜ ਧਾਤੂਆਂ ਕਿਹੜੀਆਂ ਹਨ? ਜਿਹੜੇ ਸਾਡਾ ਸਰੀਰ ਹੈ ਨਾ, ਇਹਦੇ 'ਚ ਆਸਾ, ਤ੍ਰਿਸ਼ਨਾ, ਅਸਮਤਾ, ਅਭਿਨਵੈਸ਼, ਰਾਗ, ਦਵੈਕ ਆਦਿ ਕੇ ਧਾਤੂ ਨੇ, ਜਿਹਦੇ ਕਰਕੇ ਆਪਾਂ ਦੌੜੇ ਫਿਰਦੇ ਹਾਂ, ਜਿਹਦੇ ਕਰਕੇ ਆਪਣਾ ਮਨ ਭੱਜਾ ਫਿਰਦਾ ਹੈ। ਇਸੇ ਪ੍ਰਕਾਰ ਇਹਨਾਂ ਪੰਜਾਂ ਤੱਤਾਂ ਤੋਂ ਸ਼ਬਦ, ਸਪਰਸ਼, ਰਾਸ, ਰੂਪ, ਗੰਧ, ਜਿਹੜਾ ਕੰਨ ਰਸ ਹੈ, ਕਿਸੇ ਨਾਲ ਛੋਹਣਾ ਹੈ। ਜੇ ਆਪਾਂ ਗੁਰਮੁਖੋਂ ਸਿੱਖਿਆ ਲਈਏ ਨਾ, ਤੇ ਸਾਨੂੰ ਪੈਰ ਪੈ ਤੇ ਸਿੱਖਿਆ ਮਿਲਦੀ, ਪਰ ਆਪਾਂ ਅੱਖਾਂ ਉਗੜ ਕੇ ਵੇਖਦੇ ਨਹੀਂ। ਅੱਜ ਦੀ ਘਟਨਾ ਜੇ, ਮੈਂ ਘਰੋਂ ਆਇਆ ਤੇ ਰਾਹ ਦੇ ਵਿੱਚ ਲਿਖਿਆ ਸੀ ਪੰਜਿਆਂ ਦੀ ਤਰੀ, ਸਰੀ ਦੀ ਤਰੀ। ਮੈਂ ਬੋਰਡ ਪੜ੍ਹਿਆ ਆਉਂਦਿਆਂ ਤੇ ਆਪਣੇ ਸੁਭਾਅ ਦੇ ਮੁਤਾਬਕ ਵੇਖਿਆ ਵੀ ਬੰਦੇ ਨੂੰ ਕਿੰਨਾ ਚਸਕਾ ਹੈ। ਬੱਕਰੇ ਦੇ ਟੋਟੇ ਟੋਟੇ ਕਰਕੇ ਤੇ ਆਖਿਆ ਵੀ ਮੈਂ ਹੱਡਾਂ ਦਾ ਜਿਹੜੇ ਪੈਰਾਂ ਵਾਲਾ ਪਾਸਾ ਮੈਂ ਉਹ ਚੂਸ ਕੇ ਵੇਖਣਾ ਹੈ। ਕੋਈ ਕਹਿੰਦਾ ਮੈਨੂੰ ਸਰੀਰ ਦੇ ਖਰੌੜੇ ਚੰਗੇ ਨੇ। ਇਹ ਜਵਾਨ ਦੇ ਚਸਕੇ। ਇਹ ਅੱਜ ਮੈਂ ਰਾਹ 'ਚ ਪੜਿਆ ਤੇ ਮੇਰੇ ਮਨ 'ਚ ਇੱਕਦਮ ਖਿਆਲ ਆਇਆ ਵੀ ਵੇਖੋ ਬੰਦਾ ਚਸਕਿਆਂ ਦੇ ਕਿੰਨਾ ਅਧੀਨ ਹੋ ਗਿਆ। ਇੱਥੇ ਪੰਜੇ ਮਿਲਦੇ ਨੇ, ਇੱਥੇ ਸਰੀਰ ਵਾਲੀ ਤਰੀ ਮਿਲਦੀ ਹੈ। ਯਾਦ ਰੱਖਿਆ ਜੇ ਇੱਕ ਮੇਰੀ ਬੇਨਤੀ, ਦੋ ਰਸਾਂ ਤੋਂ ਬਚ ਗਏ ਤੇ ਗੁਰਮੁਖੋ ਬੇੜਾ ਬੰਨੇ ਹੋ ਜਾਏਗਾ। ਇੱਕ ਜ਼ਬਾਨ ਰਸ, ਇੱਕ ਚਮੜੀ ਰਸ। ਲੋਕ ਤਾਂ ਬੜੇ ਨੇ, ਪਰ ਜੋ ਮੈਂ ਸਮਝਿਆ ਨਾ, ਇੱਕ ਜ਼ਬਾਨ ਦਾ ਚਸਕਾ, ਜ਼ਬਾਨ ਰਸ, ਇੱਕ ਚਮੜੀ ਦਾ ਰਸ। ਜਿਹਨੇ ਦੋਸ ਰਸ ਤਿਆਗ ਦਿੱਤੇ ਨੇ ਉਹ ਸਾਰੇ ਸਾਧੂ ਨੇ, ਉਹ ਸਾਰੇ ਸੰਤ ਨੇ। ਪਰ ਮਨ ਚੰਦਰਾ ਛੱਡਦਾ ਨਹੀਂ। ਲੰਗਰ 'ਚ ਰੋਟੀ ਖਾਧੀ ਹੈ ਗਿਆਨੀ ਜੀ, ਖੀਰ ਵਿੱਚ ਮਿੱਠਾ ਘੱਟ ਸੀ ਤੇ ਦਾਲ 'ਚ ਲੂਣ ਜ਼ਿਆਦਾ। ਵੇਖੋ ਸਾਡਾ ਚਸਕਾ। ਲੰਗਰ ਛਕਣ ਗਏ ਸਾਂ, ਦਾਲ ਵਿੱਚ ਲੂਣ ਜ਼ਿਆਦਾ, ਖੀਰ ਵਿੱਚ ਮਿੱਠਾ ਘੱਟ। ਗੁਰਮੁਖਾ ਆਇਆ ਸਾਂ ਗੁਰੂ ਘਰ ਪ੍ਰਸ਼ਾਦ ਲੈਣ ਕੇ, ਲੂਣ ਤੇ ਮਿਰਚਾਂ ਭੁੱਖਣ ਆਇਆ ਸਾਂ। ਇਹ ਮੈਂ ਟਾਈਮ ਨਹੀਂ ਜੇ ਪਾਸ ਕਰ ਰਿਹਾ। ਇਹਦਾ ਨਾਂ ਰਸ। ਪੰਜ ਧਾਤੂਆਂ ਨੇ, ਇੱਕ ਕੰਨ ਰਸ, ਇੱਕ ਚਮੜੀ, ਸਪਰਸ਼ ਕਹਿੰਦੇ ਨੇ ਚਮੜੀ ਰਸ। ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ। ਰੂਪ ਦਾ ਭਾਵ ਵੇਖਣਾ, ਗੰਧ ਦਾ ਭਾਵ ਸੁੰਘਣਾ। ਜਿਹੜੇ ਪੰਜ ਤੱਤ ਨੇ, ਇਹ ਪੰਜਾਂ ਤੱਤਾਂ ਦਾ ਸਰੀਰ ਬਣਾ ਕਰਕੇ ਵਾਹਿਗੁਰੂ ਨੇ ਪਾਉਣਾ ਕੀਤੇ। ਜਨ ਨਾਨਕ ਸਤਿਗੁਰ ਮੇਲੇ ਆਪੇ। ਹਾਂ, ਸਤਿਗੁਰੂ ਪਾਤਸ਼ਾਹ ਜਿਨ੍ਹਾਂ ਤੇ ਕਿਰਪਾ ਕਰਨ, ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਹਨ। ਹਾਰੇ ਆਪੇ ਝਗਰ ਚੁਕਾਵੇ। ਤੇ ਜਿਹੜਾ ਗੁਰਮੁਖ ਆਪਣੇ ਅੰਦਰ ਝਗੜਾ ਚੱਲਦਾ ਨਾ, ਉਹ ਝਗੜੇ ਦੀ ਨਿਵਰਤੀ ਵੀ ਕਰ ਦਿੰਦਾ ਹੈ। ਝਗੜਾ ਕਿਹੜਾ ਚੱਲਦਾ ਪਿਆ, ਕੰਮ ਕਰਾਂ ਕਿ ਨਾ ਕਰਾਂ, ਦੁਚਿੱਤਾਪੁਣਾ ਜਿਹੜਾ ਨਾ, ਜਿਹੜਾ ਦੁਚਿੱਤਾਪੁਣਾ ਝਗੜਾ ਹੈ, ਆਹ ਕੰਮ ਕਰਾਂ ਕਿ ਨਾ ਕਰਾਂ, ਜਿਹੜਾ ਦੁਚਿੱਤਾਪੁਣਾ ਨਾ, ਇਹਦੀ ਨਿਵਰਤੀ ਵੀ ਕਰਨ ਵਾਲਾ ਉਹ ਪ੍ਰਮਾਤਮਾ ਹੈ। ਸਲੋਕ ਸੰਤ ਸਹਾਈ ਜੀਅ ਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਜਗਿਆਸੂ ਨੇ ਬੇਨਤੀ ਕੀਤੀ, ਪਾਤਸ਼ਾਹ ਜਿਹੜਾ ਤੁਸੀਂ ਕਹਿੰਦੇ ਹੋ ਸਤ ਸੰਗ ਕਰਿਆ ਕਰੋ, ਸੰਤਾਂ ਦੇ ਕੋਲ ਜਾਇਆ ਕਰੋ, ਉਹ ਕੀ ਕਰਦੇ ਨੇ? ਤੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਹ ਜੀ ਦੀ ਸਹਾਇਤਾ ਕਰਦੇ ਨੇ, ਮਦਦ ਕਰਦੇ ਨੇ। ਜਿਵੇਂ ਉਂਗਲ ਫੜ ਕੇ ਆਪਾਂ ਮੇਲੇ 'ਚ ਕੋਈ ਬੱਚਾ ਭੁੱਲਿਆ ਆਵੇ ਤੇ ਉਹਨੂੰ ਉਂਗਲ ਫੜ ਕੇ ਤੇ ਮਾਪਿਆਂ ਨਾਲ ਮਿਲਾ ਦੇਈਦਾ। ਜਿਹੜੇ ਸੰਤ ਨੇ ਸਾਡੇ ਵਡੇਰੇ ਨੇ, ਇਹ ਸਾਡੀ ਬਿਰਤੀ ਦੀ ਬਾਂਹ ਫੜ ਕੇ ਸਾਨੂੰ ਗੁਰੂ ਨਾਲ ਮੇਲ ਦੇਣਗੇ। ਇਸ ਕਰਕੇ ਕਹਿੰਦੇ ਨੇ ਸੰਤ ਸਹਾਈ ਜੀ ਕੇ। ਜਿਹੜੇ ਸੰਤ ਨੇ ਭਾਈ ਇਹ ਜੀਵ ਦੀ ਸਹਾਇਤਾ ਕਰਦੇ ਹਨ। ਭਵ ਜਲ ਤਾਰਨ ਹਾਰ। ਸੰਸਾਰ ਸਾਗਰ ਤੋਂ ਤਾਰਨ ਦੀ ਸਮਰੱਥਾ ਰੱਖਦੇ ਨੇ। ਜਿਵੇਂ ਭਾਈ ਅਦਲੀ ਦੀ ਸੰਗਤ ਨਾਲ ਬਾਬਾ ਵਿਧੀ ਚੰਦ ਜੀ ਕਿੱਡੀ ਉੱਚੀ ਸਟੇਜ ਨੂੰ ਪਹੁੰਚੇ। ਸਭ ਤੇ ਉੱਚੇ ਜਾਣੀਐ। ਉਹਨਾਂ ਰੱਬ ਦੇ ਪਿਆਰ ਨੂੰ ਸਾਰਿਆਂ ਤੋਂ ਉੱਚੇ ਜਾਣਨਾ ਕਰ। ਨਾਨਕ ਨਾਮ ਪਿਆਰ। ਕਿਹਨਾਂ ਨੂੰ ਉੱਚੇ ਜਾਣਨਾ ਕਰ? ਜਿਨ੍ਹਾਂ ਨੂੰ ਨਾਮ ਨਾਲ ਪਿਆਰ ਹੈ। ਗੁਰਮੁਖੋ ਜਦੋਂ ਕੋਈ ਵੀ ਕੰਮ ਕਰਨਾ ਹੋਵੇ ਨਾ, ਉਦੋਂ ਲੋੜ ਮੌਕੇ ਸਾਨੂੰ ਪਰਮਾਤਮਾ ਚੇਤੇ ਆ ਜਾਂਦਾ ਹੈ। ਗ੍ਰੰਥਾਂ ਲਿਖਿਆ ਕਿ ਯੂਨਾਨ ਦਾ ਬਾਦਸ਼ਾਹ ਸਿਕੰਦਰ, ਜਿਹਨੂੰ ਆਪਾਂ ਕਹਿੰਦੇ ਜਿਹਨੇ ਦੁਨੀਆ ਜਿੱਤਣ ਦਾ ਦਾਅਵਾ ਕੀਤਾ, ਯੂਨਾਨ ਦਾ ਹੋਇਆ।
ਉਹ ਤੁਰਨ ਲੱਗਾ ਤੇ ਉੱਥੇ ਇੱਕ ਨੀਜ ਨਾਮ ਦਾ ਮਹਾਂਪੁਰਸ਼ ਫਕੀਰ ਰਹਿੰਦਾ ਸੀ, ਉਹਦੇ ਕੋਲ ਗਿਆ। ਕਹਿਣ ਲੱਗੇ ਬਾਦਸ਼ਾਹ ਕਿਵੇਂ ਆਇਆ? ਕਹਿਣ ਲੱਗਾ ਜੀ ਕਿਰਪਾ ਕਰੋ, ਮੈਂ ਦੁਨੀਆ ਨੂੰ ਜਿੱਤਣਾ ਹੈ ਤੇ ਮੈਨੂੰ ਸੀਸ ਦਿਓ। ਕਹਿਣ ਲੱਗੇ ਕਿਹੜੇ ਕਿਹੜੇ ਮੁਲਕ ਨੂੰ ਜਿੱਤਣਾ ਹੈ? ਉਹਨੇ 2-4 ਮੁਲਕਾਂ ਨੂੰ ਦੱਸਿਆ। ਮੁੜ ਕੇ ਹੌਲੀ ਹੌਲੀ ਪੁੱਛੀ ਗਏ ਤੇ ਕਹਿਣ ਲੱਗੇ ਜੇ ਸਾਰੇ ਜਿੱਤ ਲਏ ਤੇ ਫੇਰ ਕੀ ਕਰੇਗਾ? ਕਹਿੰਦੇ ਜੀ ਫਿਰ ਆਰਾਮ ਕਰਾਂਗਾ। ਤੇ ਕਹਿੰਦੇ ਤੇਰੇ ਨਾਲ ਚੰਗਾ ਤਾਂ ਮੈਂ ਆ ਜਿਹੜਾ ਹੁਣੇ ਆਰਾਮ ਕਰਦਾ ਹਾਂ। ਡਾਇਓਜਨੀ ਫਕੀਰ ਨੇ ਸਿਕੰਦਰ ਨੂੰ ਆਖਿਆ ਤੇਰੇ ਨਾਲ ਚੰਗਾ ਜਿਹੜਾ ਹੁਣੇ ਟਿਕਿਆ। ਜੇ ਪਿਆਰਿਆ ਇੰਨਾ ਕੁਝ ਕਰਕੇ ਟਿਕਣਾ ਤੇ ਫਿਰ ਹੁਣੇ ਟਿਕਣਾ ਕਰ। ਜਿਹੜੇ ਉਹ ਗੁਰਮੁਖ ਨੇ ਨਾ ਸੰਤ, ਉਹਨਾਂ ਨੂੰ ਕੇਵਲ ਤੇ ਕੇਵਲ ਨਾਮ ਨਾਲ ਹੀ ਪਿਆਰ ਹੈ, ਇਹਦੀ ਪਕੜ ਹੈ। ਜਿਨ ਜਾਣਿਆ ਸੇਈ ਤਰੇ, ਜਿਨ੍ਹਾਂ ਨੇ ਵਾਹਿਗੁਰੂ ਨੂੰ ਜਾਣ ਲਿਆ ਗੁਰਮੁਖ ਪਿਆਰੇ ਤਰ ਗਏ, ਭਾਵੇਂ ਕੋਈ ਵੀ ਹੋਵੇ। ਸੇ ਸੂਰੇ ਸੇ ਵੀਰ, ਉਹ ਐਸ ਲੋਕ ਦੇ ਵੀ ਸੂਰਮੇ ਨੇ ਤੇ ਪ੍ਰਲੋਕ ਦੇ ਵੀ ਸੂਰਮੇ ਹਨ। ਨਾਨਕ ਤਿੰਨ ਬਲਿਹਾਰਣੈ, ਹਜ਼ੂਰ ਕਹਿੰਦੇ ਉਹਨਾਂ ਤੋਂ ਸਦਕੇ ਜਾਣਾ ਕਰੀਏ। ਹਰ ਜਪ ਉਤਰੇ ਤੀਰ, ਜੋ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ ਦੇ ਕੰਢੇ ਤੋਂ ਬੰਨੇ ਹੋ ਗਏ, ਅਥਵਾ ਸੰਸਾਰ ਸਾਗਰ ਨੂੰ ਤਰ ਕੇ ਮੁਕਤੀ ਦੇ ਕੰਢੇ ਤੇ ਪਹੁੰਚ ਗਏ। ਤੀਰ ਕਹਿੰਦੇ ਨੇ ਕੰਢੇ ਨੂੰ। ਸ਼ਾਂਤ ਚਰਨ ਬਿਰਾਜਤ ਸਭ ਊਪਰੇ, ਉਹ ਪਰਿਪੂਰਨ ਪ੍ਰਮਾਤਮਾ ਜਿਹੜਾ ਨਾ, ਉਹਦਾ ਨਾਮ ਹਰ ਥਾਂ ਤੇ ਵਿਰਾਜਤ ਹੈ, ਉਹ ਸਾਰਿਆਂ ਤੋਂ ਉੱਚਾ ਹੈ। ਮਿਟਿਆ ਸਗਲ ਕਲੇਸ਼ ਜੀਓ, ਜਿਨ੍ਹਾਂ ਨੇ ਉਸ ਨਾਮ ਨਾਲ ਆਪਣੀ ਸੁਰਤੀ ਬਿਰਤੀ ਨੂੰ ਜੋੜ ਲਿਆ, ਉਹਨਾਂ ਦੇ तमाम ਕਲੇਸ਼ ਨਿਵਰਤ ਹੋ ਗਏ। ਕਿਉਂਕਿ ਇਹਨਾਂ ਦੀ 5 ਕਿਸਮਾਂ ਲਿਖੀਆਂ ਨੇ, ਅਵਿਦਿਆ, ਅਸਮਤਾ, ਅਭਿਨਵੈਸ਼, ਰਾਗ ਤੇ ਦਵੈਖ। ਜਿਹੜੇ 5 ਕਲੇਸ਼ ਨੇ ਉਹਨਾਂ ਦੇ ਮਿਲ ਗਏ। ਇਹਦਾ ਮੈਂ ਸੂਖਮ ਵਿਸਤਾਰ ਕਰਾਂ। ਵਿਦਿਆ ਤੋਂ ਭਾਵ ਹੁੰਦਾ ਬਸਮਝਪੁਣਾ। ਅਸਮਤਾ ਦਾ ਭਾਵ ਹੁੰਦਾ ਸਮਾਂ ਬਰਾਬਰਤਾ ਹੀ ਨਹੀਂ ਹੋਣੀ। ਮੈਂ ਪਹਿਲਾਂ ਆਇਆ ਸਾਂ, ਤੂੰ ਮੇਰੇ ਅੱਗੇ ਕਿਵੇਂ ਬੈਠ ਗਿਓ ਭਾਈ? ਮੈਂ ਅਗਲੇ ਸਾਲ ਤੁਹਾਡੇ ਸਮਾਗਮ ਤੇ ਨਹੀਂ ਆਉਣਾ। ਮੈਂ ਵੱਡਾ ਕਥਾ ਵਰਗ ਤਾਂ ਤੁਸੀਂ ਅੱਗੇ ਛੋਟੇ ਨੂੰ ਭਾ ਦਿੱਤਾ। ਇਹਨੂੰ ਕਹਿੰਦੇ ਸਮਤਾ, ਵੀ ਜੇ ਪਿੱਛੇ ਬਹਿ ਗਿਆ ਤੇਰਾ ਲਹਿ ਫੁੰਮਣ ਟੁੱਟ ਗਏ ਨੇ। ਉਹਦੇ ਨਾਲ ਜਿਹੜੀ ਪਰੇਸ਼ਾਨੀ ਹੈ ਨਾ, ਉਹਦਾ ਨਾਮ ਅਸਮਤਾ। ਅਭਿਨਵੇਸ਼ ਤੋਂ ਭਾਵ ਸਾਡੇ ਅੰਦਰ ਕਈ ਤਰ੍ਹਾਂ ਦੇ ਫੁਰਨੇ ਚੱਲਦੇ ਰਹਿੰਦੇ ਨੇ। ਰਾਗ, ਕਿਸੇ ਨਾਲ ਪ੍ਰੇਮ ਹੈ ਤੇ ਮਰ ਗਿਆ ਤਾਂ ਵੀ ਪਰੇਸ਼ਾਨੀ। ਕਿਸੇ ਨਾਲ ਈਰਖਾ ਹੈ, ਤੂੰ ਮੈਨੂੰ ਬੁਲਾਇਆ ਸੀ ਤੇ ਮੈਨੂੰ ਜੇ ਬੁਲਾਇਆ ਸੀ ਤੇ ਉਹਨੂੰ ਕਿਉਂ ਬੁਲਾਇਆ? ਉਹ ਆਪਣੀ ਥਾਂ ਤੇ ਆਇਆ ਤੇ ਤੂੰ ਆਪਣੀ ਥਾਂ ਤੇ ਆਇਆ। ਇਹਦਾ ਨਾਮ ਹੈ ਦਵੈਸ਼, ਈਰਖਾ। ਜਿਹੜੇ 5 ਕਲੇਸ਼ ਨੇ ਨਾ, ਇਹ 8 ਪੈਰ ਬੰਦੇ ਨੂੰ ਪਰੇਸ਼ਾਨ ਕਰਦੇ ਨੇ। ਪਰ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਆ ਗਿਆ, ਉਹਨਾਂ ਦੇ ਸਾਰੇ ਦੇ ਸਾਰੇ ਇਹ 5 ਕਲੇਸ਼ ਮਿਟ ਗਏ, ਖਤਮ ਹੋ ਗਏ। ਆਵਣ ਜਾਵਣ ਦੁੱਖ ਹਰੇ, ਜਿਹੜਾ ਆਉਣ ਤੇ ਜਾਣ ਦਾ ਦੁੱਖ ਸੀ ਨਾ, ਪ੍ਰਮਾਤਮਾ ਨੇ ਇਹ ਵੀ ਨਿਵਰਤ ਕਰ ਦਿੱਤਾ। ਹਰ ਭਗਤ ਕੀਆ ਪਰਵੇਸ਼ ਜੀਓ, ਜਦੋਂ ਪਰਿਪੂਰਨ ਪ੍ਰਮਾਤਮਾ ਦੀ ਭਗਤੀ ਸਾਡੇ ਅੰਦਰ ਆ ਗਈ, ਇਹ ਆਟੋਮੈਟਿਕਲੀ ਬਾਹਰ ਹੋ ਗਏ। ਕਿਉਂਕਿ ਆਪਾਂ ਪੜ੍ਹਦੇ ਜਬ ਹਮ ਹੋਤੇ ਤਬ ਤੂੰ ਨਹੀਂ। ਜਿੰਨਾ ਚਿਰ ਮੈਂ ਹੈ ਉਹਨਾਂ ਚਿਰ ਤੂੰ ਨਹੀਂ। ਜਦੋਂ ਤੂੰ ਆ ਗਿਆ ਉਦੋਂ ਮੈਂ ਨਹੀਂ ਰਹਿਣੀ। ਵਸਤੂ ਅੰਦਰ ਵਸ ਸਮਾਵੇ, ਦੂਜੀ ਹੋਵੇ ਪਾਸ। ਹਰ ਰੰਗ ਰਾਤੇ ਸਹਿਜ ਮਾਤੇ, ਉਹਨਾਂ ਨੂੰ ਪਰਿਪੂਰਨ ਪ੍ਰਮਾਤਮਾ ਦੇ ਪ੍ਰੇਮ ਦਾ ਰੰਗ ਚੜਿਆ ਤੇ ਮਨ ਅਡੋਲ ਵਿੱਚ ਸਮਾਏ ਹੋਏ ਨੇ। ਭਾਵ ਉਹਨਾਂ ਦਾ ਮਨ ਅਡੋਲ ਦਾ ਹੈ, ਉੱਚਾ ਨੀਵਾਂ ਨਹੀਂ ਹੁੰਦਾ। ਤਿਲ ਨਾ ਮਨ ਤੇ ਬੀਸਰੈ, ਦੇਖੋ ਉਹਨਾਂ ਦੇ ਸਾਡਾ ਕੀ ਫਰਕ। ਆਪਾਂ ਨੂੰ ਤਾਂ ਚੇਤੇ ਨਹੀਂ ਨਾ ਆਉਂਦਾ, ਪਰ ਜਿਹੜੇ ਉਹ ਗੁਰਮੁਖ ਨੇ ਨਾ, ਤਿਲ ਹੁੰਦਾ ਸਭ ਤੋਂ ਛੋਟਾ। ਸਾਡੀ ਪੁਰਾਣੀ ਅਦਾਲਤ ਤੇ ਤਿਲ ਬਰੀਕ ਨੂੰ ਆਪਾਂ ਸਭ ਤੋਂ ਛੋਟੀ ਜਿਹਨੂੰ ਤਿਲ ਕਹਿੰਦੇ। ਤਿਲ ਜਿੰਨਾ ਵੀ ਨਹੀਂ ਮੈਨੂੰ ਮਿਲਿਆ। ਕਹਿੰਦੇ ਜਿਹੜੇ ਗੁਰਮੁਖ ਨੇ ਨਾ, ਰੱਬ ਦੇ ਪਿਆਰੇ, ਉਹਨਾਂ ਦੇ ਮਨ ਵਿੱਚੋਂ ਤਿਲ ਜਿੰਨਾ ਵੀ ਉਹਨਾਂ ਨੂੰ ਪਰਮਾਤਮਾ ਨਹੀਂ ਭੁੱਲਦਾ। ਭਾਵੇਂ ਜਾਗਦੇ ਤੇ ਭਾਵੇਂ ਸੁੱਤੇ ਨੇ, ਉਹ 8 ਪੈਰ ਪਰਮਾਤਮਾ ਨੂੰ ਚੇਤੇ ਕਰਦੇ ਹਨ। ਅੱਜ ਆਪ ਸਰਣੀ ਪਰੇ ਚਰਨੀ, ਮੈਨੂੰ ਪਾਸੇ ਕਰਕੇ ਤੇ ਪਰਮਾਤਮਾ ਦੇ ਚਰਨੀ ਪਏ ਹਨ। ਸਰਬ ਗੁਣ ਜਗਦੀਸ਼ਰੈ, ਔਰ ਜਿਹੜੇ ਸਾਰੇ ਗੁਣ ਨੇ ਪਰਮਾਤਮਾ ਨੇ ਉਹਨਾਂ ਸੰਤਾਂ ਨੂੰ, ਗੁਰਮੁਖ ਪਿਆਰ ਨੂੰ ਬਖਸ਼ ਦਿੱਤੇ।
ਗੋਬਿੰਦ ਗੁਣ ਨਿਧ ਸ੍ਰੀ ਰੰਗ ਸੁਆਮੀ। ਆਯੂ ਉਹ ਪ੍ਰਮਾਤਮਾ ਦਾ ਵੇਦਾਂ ਦੇ ਦੁਆਰਾ ਜਾਣਿਆ ਜਾਂਦਾ ਹੈ, ਗਿਆਨ ਦੇ ਦੁਆਰਾ ਜਾਣਿਆ ਜਾਂਦਾ ਹੈ, ਉਹ ਗੁਣਾਂ ਦਾ ਖਜ਼ਾਨਾ ਹੈ। ਔਰ ਉਸ ਸ਼੍ਰੋਮਣੀ ਪ੍ਰਮਾਤਮਾ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਣਾ ਕਰ, ਅਥਵਾ ਉਹਨਾਂ ਨੇ ਰੰਗਣਾ ਕੀਤਾ ਹੈ। ਆਦ ਕਉ ਆਦੇਸ ਜੀਓ। ਕਿਵੇਂ ਜਣੇ ਖਣੇ ਦੇ ਪੈਰ ਨਾ ਪਿਆ ਕਰ, ਜਿਹੜਾ ਉਹ ਆਦੀ ਪਰਮਾਤਮਾ ਉਹਨੂੰ ਆਦੇਸ਼ ਕਰਿਆ ਕਰ, ਉਹਨੂੰ ਨਮਸਕਾਰ ਕਰਿਆ ਕਰ। ਆਪਾਂ ਰੋਜ਼ਾਨਾ ਪੜ੍ਹਦੇ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਮੈਂ ਅੱਜ ਮੱਥਾ ਟੇਕਣ ਗਿਆ ਤੇ ਜਿੱਥੋਂ ਆਪਾਂ ਪ੍ਰਸ਼ਾਦ ਲੈਨੇ, ਦੋ ਬੰਦੇ ਗੋਡੀ ਮੇਰੀ ਪੈ ਗਏ ਤੇ ਮੈਂ ਕਿਹਾ ਗੁਰਮੁਖੋ ਮੇਰਾ ਗੋਡਿਆਂ ਨਾਲ 74 ਸਾਲ ਦਾ ਵਾ, ਮੈਨੂੰ ਤਾਂ ਅਜੇ ਤੱਕ ਕੱਖ ਨਹੀਂ ਲੱਭਾ ਨਾ ਗੋਡਿਆਂ ਚੋਂ, ਜਿਹੜੇ ਗੋਡਿਆਂ ਚੋਂ ਲੱਭਦੇ ਹੋ ਤੁਸੀਂ ਮੇਰਿਆਂ ਚੋਂ। ਮੈਂ ਕਿਹਾ ਮੈਂ 74 ਸਾਲ ਦਾ ਗਾ, ਮੈਨੂੰ ਗੋਡਿਆਂ ਚੋਂ ਕੱਖ ਨਹੀਂ ਜੇ ਲੱਭਾ। ਤੇ ਭਲਿਓ ਪੁਰਸ਼ੋ ਮੇਰਾ ਤੇ ਆਪਣਾ ਬੇੜਾ ਗਰਕ ਨਾ ਕਰੋ। ਜਿਹਨੂੰ ਨਮਸਕਾਰ ਕਰਨੀ ਜੀ ਉਹ ਗੁਰੂ ਰਾਮਦਾਸ ਨੂੰ ਕਰੋ। ਪਤਾ ਨਹੀਂ ਕੀ ਗੱਲ, ਜਿਹੜਾ ਮਿਲਦਾ ਤੇ ਗੋਡੀ ਪਈ। ਆਪਾਂ ਪੜ੍ਹਦੇ ਆਦ ਗੁਰ ਏ ਨਮੈ, ਜੁਗਾਦ ਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਕਿਤੇ ਲਿਖਿਆ ਵਿਖਾਓ ਗਿਆਨੀ ਨੂੰ ਏ ਨਮਹਿ, ਕਿਤੇ ਲਿਖਿਆ ਵਿਖਾ ਦਿਓ ਖਾ। ਰੱਬ ਦਾ ਵਾਸਤਾ ਜੇ ਬੰਦਿਆਂ ਨੂੰ ਨਾਮ ਮੱਥਾ ਟੇਕਿਆ ਕਰੋ। ਸਾਨੂੰ ਹਦਾਇਤ ਆਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਭੈਣ ਮਿਲੇ ਵੀਰ ਮਿਲੇ, ਵਾਹਿਗੁਰੂ ਆਖੋ, ਤੁਹਾਡੀ ਜ਼ਬਾਨ ਪਵਿੱਤਰ, ਉਹਦੇ ਕੰਨ ਪਵਿੱਤਰ ਤੁਹਾਡੇ ਹੋ ਜਾਣਗੇ। ਸੁਣਦੇ ਪੁਨੀਤ ਕਹਤੇ ਪਵਿੱਤਰ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਜਿਹੜੇ ਨੇ ਉਹ ਜਣੇ ਖਣੇ ਨੂੰ ਮੱਥਾ ਨਹੀਂ ਟੇਕਦੇ, ਉਹ ਆਦੀ ਪਰਮਾਤਮਾ ਨੂੰ ਹੀ ਨਮਸਕਾਰ ਕਰਦੇ ਹਨ। ਬੇਨਵੰਤ ਨਾਨਕ ਮਇਆ ਧਾਰੋ। ਅਖੀਰ ਵਿੱਚ ਆਪਾਂ ਸਾਰੇ ਜਾਣੇ ਬੇਨਤੀ ਕਰੀਏ, ਇਹ ਵਾਹਿਗੁਰੂ ਸਾਡੇ ਤੇ ਦਇਆ ਕਰ, ਸਾਡੇ ਤੇ ਤਰਸ ਕਰ। ਜੁਗ ਜੁਗ ਇੱਕ ਵੇਸ ਜੀਓ। ਅੱਗੋਂ ਸਾਨੂੰ ਵਾਹਿਗੁਰੂ ਪੁੱਛਦਾ ਵੀ ਗਿਆਨੀ ਜੀ ਸਾਰਿਆਂ ਨੂੰ ਇਕੱਠੇ ਕਰਕੇ ਅੱਜ ਮੱਥਾ ਮੈਨੂੰ ਕਿਉਂ ਟਿਕਾਉਂਦੇ ਹੋ? ਕਹਿ ਸਕਦਾ ਨਾ ਰੱਬ ਆਪਾਂ ਨੂੰ ਕਿ ਅੱਜ ਗਿਆਨੀ ਤੁਸੀਂ ਨਵੀਂ ਕਥਾ ਕੀਤੀ ਕਿ ਸੱਚੇ ਪਾਤਸ਼ਾਹ ਨੂੰ ਮਿਲ ਕੇ ਕਥਾ ਮੱਥਾ ਟੇਕੀਏ, ਮੈਨੂੰ ਕੁਝ ਅੱਜ ਤੁਹਾਨੂੰ ਚੇਤਾ ਕਿਵੇਂ ਆਇਆ? ਤੇ ਮੈਂ ਬੇਨਤੀ ਕੀਤੀ, ਜੁਗ ਜੁਗ ਏਕੋ ਵੇ ਜੀਓ। ਅਸੀਂ ਤੇਰੇ ਅੱਗੇ ਸਾਰਾ ਹੱਥ ਅੱਡ ਕੇ ਤਾਂ ਮੰਗਦੇ, ਤੈਨੂੰ ਆਦੇਸ਼ ਤਾਂ ਕਰਦੇ ਹਾਂ, ਲੋਕਾਂ ਦੀਆਂ ਵਜ਼ਾਰਤਾਂ ਬਦਲ ਜਾਣਗੀਆਂ, ਪਰ 4 ਯੁੱਗਾਂ 'ਚ ਤੇਰਾ ਰਾਜ ਹੈ ਤੇ 4 ਯੁੱਗਾਂ ਦਾ ਰਾਜਾ ਹੋਣ ਕਰਕੇ ਤੈਨੂੰ ਨਮਸਕਾਰ ਕਰਦੇ। ਸਾਡੇ ਤੇ ਕਿਰਪਾ ਕਰੀ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਗੁਰੂ ਕਾ ਉਪਦੇਸ਼ ਸਾਡੇ ਹਿਰਦਿਆਂ ਦੇ ਅੰਦਰ ਵਸੇ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਤੇ ਨਾਲ ਬੇਨਤੀ, ਪਾਤਸ਼ਾਹ ਇਹ ਸਿਰ ਤੇਰੀ ਅਮਾਨਤ ਹੈ, ਇਹ ਕੇਵਲ ਤੇ ਕੇਵਲ ਤੇਰੇ ਅੱਗੇ ਝੁਕੇ। ਜੇ ਬੰਦਿਆਂ ਅੱਗੇ ਝੁਕਣਾ ਦੀ ਜਾਨ ਕਰਨੀ, ਸਵਾਸ ਇੱਕ ਨਹੀਂ ਚਾਹੀਦਾ, ਇੱਕ ਸਵਾਸ ਨਹੀਂ ਚਾਹੀਦਾ। ਝੁਕੀਏ ਤੇ ਕੇਵਲ ਤੇਰੇ ਅੱਗੇ, ਇਵੇਂ ਜਣੇ ਖਣੇ ਦੇ ਅੱਗੇ ਨਾ ਝੁਕੀਏ। ਪਾਤਸ਼ਾਹ ਸਿਰ ਤੇਰੀ ਅਮਾਨਤ ਹੈ, ਤੇਰਾ ਅਮਰ ਛਕਿਆ। ਮੋਹਰ ਤਾਂ ਕਾਗਜ਼ ਤੇ ਲੱਗਦੇ ਰੁਪਈਆ ਬਣ ਜਾਂਦਾ। 15 ਮੋਹਰਾਂ ਲੱਗੀਆਂ ਨੇ ਅਮਰ ਦੀਆਂ, 5 ਚੋਲੇ ਸੀਸ ਵਿੱਚ ਪਾਏ, 5 ਨੇਤਰਾਂ 'ਚ ਪਾਏ ਤੇ 5 ਅਮਰ ਦੇ ਘੁੱਟਾਂ ਅੰਦਰ ਗਈਆਂ। ਜਿਹਦੇ ਅੰਦਰ ਅਮਰ ਦੀਆਂ ਘੁੱਟਾਂ ਗਈਆਂ ਨੇ, ਗੁਰਮੁਖੋ ਉਹ ਬੰਦਿਆਂ ਦੇ ਅੱਗੇ ਨਾ ਜਾਇਆ ਕਰੋ, ਬੰਦਿਆਂ ਤੋਂ ਨਾ ਮੰਗਿਆ ਕਰੋ। ਇਹ ਬੇਨਤੀ ਮੈਂ ਵਾਰ-ਵਾਰ ਤਾਂ ਕਹਿੰਦਾ, ਅੰਦਰ ਦਰਦ ਹੈ ਜਦੋਂ ਵੇਹਨੇ ਆ ਗੁਰੂ ਨੂੰ ਛੱਡ ਕੇ ਤੇ ਆਪਾਂ ਬੰਦਿਆਂ ਕੋਲ ਜਾਂਦੇ ਹਾਂ। ਯਾਦ ਰੱਖਿਆ ਕਰੋ, ਮਨੁੱਖੀ ਟੇਕ ਬਿਰਤੀ ਸਭ ਜਾਨ, ਦੇਵਨ ਕਾ ਏਕ ਏ ਭਗਵਾਨ। ਦੁਬਾਰਾ ਭੁੱਲਾਂ ਚੁੱਕਾ ਦੀ ਮਾਫੀ ਜੀ। ਗੋਬਿੰਦ ਗੁਣ ਨਿਧ ਸ੍ਰੀ ਰੰਗ ਸੁਆਮੀ। ਆਦ ਕਉ ਆਦੇਸ ਜੀਓ। ਬੇਨਵੰਤ ਨਾਨਕ ਮਇਆ ਧਾਰੋ। ਜੁਗ ਜੁਗ ਇੱਕ ਵੇਸ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।